और भाई साहब भाई अनंतपाल सिंह जी उन्होंने पासों पावन गुरबाणी की कथा सरवण करिए जी। वाहिगुरू जी का खालसा वाहिगुरू जी की फतेह। एक ओंकार सतनाम करता पुरख निर्भव निर्वैर अकाल मूरत अजूनी सैभं गुरु प्रसाद तेरे कवण कवण गुण कह कह गावा तेरे कवण कवण गुण कह कह गावा तू ठाकुर गुणी निदाना तुमरी महिमा बरन न सको तू ठाकुर उच भगवाना मैं हर हर नाम तरसोई जो पावे त्यों राख मेरे साहिब मैं तुझ बिन अवर ना कोई मैं तान दीवान तू है मेरा स्वामी मैं तुझ आग अरदास मैं हो थाओ नहीं जिस पै करूं बिनती मेरा दुख सुख तुझ ही पास मेरा होर थाओ नहीं जिस पै करूं बिनती मेरा दुख सुख तुझ ही पास मेरा दुख सुख तुझ ही पास। बादशाह दरवेश दो जहाना दिवाली साहिबे कमाल कामलो इकलाक वरदो आलम शाह साहिब श्री गुरु गोबिंद सिंह महाराज सच्चे पातशाह की बख्शी हुई फतेह प्रवानो और फतेह का जवाब फतेह विच दिओ कोई रसना खाली ना रवे। वाहिगुरू जी का खालसा वाहिगुरू जी की फतेह। पंडाल भरिया होवे ते आपां नाना प्रकार के मिष्टान भी खाधे हैं पकौड़े भी खाधे हैं चाह भी पीती है पानी भी पीता है पर इस पावन दरबार दियां आपां हाजरियां भरदियां मुख विचों वाहिगुरू का नाम नहीं सिमरते हाँ यह साडी बहुत वड्डी बदकिस्मती है। मैं तुहाडे चरनां विच मस्तक झुका के प्रणाम करदियां होया एक बारी बड़ी नम्रता और प्यार दे नाम तुहाडे अगे बेनती करांगा कि वाहिगुरू का नाम लैंदियां गुरेज न करिया करो। एक बारी फिर सतगुरु सच्चे पातशाह दे दिते हुए नारे नूं बुलंद करिए गज के आखिए वाहिगुरू जी का खालसा वाहिगुरू जी की फतेह। चलो जितनी आवाज आई है वाहिगुरू तुहाडा सब दा भला करे कि क्यों वाहिगुरू आख्या मुख पवित्र हुंदा है वाहिगुरू आख्या जुबान पवित्र हुंदी है वाहिगुरू आख्या केसा स्वासां दा भला हुंदा है और वाहिगुरू आख्या इत्थे दी वाइब्रेशन चेंज हुंदी है। असीं जिस वाइब्रेशन च बैठे हुए हैं वो वाइब्रेशन सानू संवारदी है शिंगारदी है चंगा बनाउंदी है क्योंकि इत्थे गुरु गोरंत साहिब महाराज सच्चे पातशाह प्रकाशमान हैं। ऐसी वाइब्रेशन तुहानू अपने घरां विच जल्दी नहीं मिलती ऐसी वाइब्रेशन तुहानू बाजारां विच सड़कां विच नहीं मिलती
ऐसी वाइब्रेशन ਤੁਹਾਨੂੰ ਜਲਦੀ ਜਲਦੀ ਕਿਸੇ ਔਸ਼ਧਾਲय ਵਿੱਚ ਕਿਸੇ ਸਕੂਲਾਂ ਵਿੱਚ ਨਹੀਂ ਮਿਲਦੀ ਜਿਹੜੀ ਵਾਈਬ੍ਰੇਸ਼ਨ ਤੁਹਾਨੂੰ ਇੱਥੇ ਮਿਲ ਰਹੀ ਹੈ। ਸੋ ਆਪਾਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਇਆਂ ਸਭ ਤੋਂ ਪਹਿਲਾਂ ਮੈਂ ਪ੍ਰਣਾਮ ਕਰਦਾ ਹਾਂ ਬਲਵਿੰਦਰ ਸਿੰਘ ਜੀ ਸਟੇਜ ਸਕੱਤਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪਲੀਆ, ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਦੇ ਦਾਰੇ ਕਰਵਾਉਣ ਦਾ ਉਦਮ ਉਪਰਾਲਾ ਬਣਾਇਆ। ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਮੈਂ ਦਿਆਂਗਾ ਅਤਿ ਸਤਿਕਾਰਯੋਗ ਮਾਤਾ ਜੀ ਮਲਕੀਤ ਕੌਰ ਜੀ ਮੰਗਣ, ਸਰਦਾਰ ਜਸਮੇਲ ਸਿੰਘ ਜੀ ਮੰਗਣ, ਭੈਣ ਜੀ ਹਰਦੀਪ ਕੌਰ ਜੀ ਮੰਗਣ ਔਰ ਉਹਨਾਂ ਦੇ ਸਾਰੇ ਪਰਿਵਾਰ ਨੂੰ ਕਿ ਪਿਛਲੇ ਕਈ ਵਰਿਆਂ ਤੋਂ ਮੈਂ ਸੁਣਿਆ ਹੈ ਕਿ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਦੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਦੇ ਹਨ, ਪਿਆਰ ਔਰ ਅਕੀਦੇ ਦਾ ਪਰਿਚੈ ਦਿੰਦੇ ਹੋਇਆਂ ਪਾਠ ਸਰਵਣ ਕਰਦੇ ਹਨ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਸਿੱਖ ਪੰਥ ਦੇ ਮਹਾਨ ਵਿਦਵਾਨ, ਮਹਾਨ ਫਿਲਾਸਫਰ ਭਾਈ ਸਾਹਿਬ ਭਾਈ ਗੁਰਦਾਸ ਜੀ ਆਪ ਜੈਸੇ ਗੁਰਸਿੱਖਾਂ ਬਾਰੇ ਕਹਿੰਦੇ ਹਨ ਕਿ ਮੈਂ ਉਹਨਾਂ ਨੂੰ ਕੀ ਭੇਟ ਕਰ ਸਕਦਾ ਹਾਂ ਜਿਹੜੇ ਇਸ ਪਾਵਨ ਪਵਿੱਤਰ ਸਥਾਨ ਦਾ ਮਾਹੌਲ ਸਿਰਜਣਾ ਕਰਦੇ ਹਨ। ਆਪ ਜਪੇ ਅਵਰਾ ਨਾਮ ਜਪਾਵੇ ਦੀ ਗੱਲ ਨੂੰ ਮੁੱਖ ਰੱਖਦੇ ਹੋਇਆ ਆਪਣੇ ਕਦਮ ਚੰਗੇ ਭਵਿੱਖ ਦੀ ਤਰਫ ਤੁਰਦੇ ਹਨ। ਭਾਈ ਗੁਰਦਾਸ ਜੀ ਕਹਿੰਦੇ ਹਨ ਮੈਂ ਉਹਨਾਂ ਨੂੰ ਕੀ ਦੇ ਸਕਦਾ ਹਾਂ, ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਖਾਸੀਅਤ ਹੈ ਕਿ ਜਿੱਥੇ ਸਵਾਲ ਕਰਦੇ ਹਨ ਉਹਦੇ ਸਵਾਲ ਦਾ ਜਵਾਬ ਵੀ ਦਿੰਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਸਪਸ਼ਟ ਕਰਦੇ ਹੋਇਆਂ ਕਿ ਨੱਕ ਸਿੱਖ ਲਓ ਸਗਰੇ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਨ ਕਿ ਚਰਨਨ ਭੇਟਾਰੀ ਹੈ। ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਦੇ ਸਾਰੇ ਅੰਗਾਂ ਨੂੰ ਕੱਟ ਕੱਟ ਕੇ ਟੁਕੜੇ ਬਣਾ ਲਏ ਜਾਣ ਔਰ ਉਹਨਾਂ ਟੁਕੜਿਆਂ ਨੂੰ ਜਾਲ ਕੇ ਕੋਇਲੇ ਬਣਾ ਲਏ ਜਾਣ ਔਰ ਉਹਨਾਂ ਕੋਇਲਿਆਂ ਦੀ ਬਰੀਕ ਰਾਖ ਪੀਸ ਦਿੱਤੀ ਜਾਏ ਔਰ ਉਸ ਬਰੀਕ ਰਾਖ ਨੂੰ ਜਿੱਥੇ ਜਿੱਥੇ ਸੰਗਤਾਂ ਦੇ ਪਾਵਨ ਚਰਨ ਸ਼ਰਨ ਜਿਹੜੇ ਚੱਲ ਕੇ ਇੱਥੇ ਪਾਉਂਦੇ ਹਨ, ਜਿਹੜੇ ਰਸਤੇ ਤੋਂ ਚੱਲ ਕੇ ਆਉਂਦੇ ਹਨ, ਉਹਨਾਂ ਰਸਤਿਆਂ ਵਿੱਚ ਮੈਂ ਵਿਛਾ ਦੇਣਾ ਚਾਹੁੰਦਾ ਹਾਂ ਜਿਸ ਰਸਤਿਆਂ ਤੇ ਚੱਲ ਕੇ ਗੁਰੂ ਦਰਬਾਰ ਵਿੱਚ ਹਾਜ਼ਰੀ ਭਰਨ ਵਾਸਤੇ ਗੁਰੂ ਦੀ ਲਾਡਲੀਆਂ ਸੰਗਤਾਂ ਤੁਰ ਕੇ ਆਉਂਦੀਆਂ ਹਨ। ਇਤਨਾ ਮਾਣ ਔਰ ਇਤਨਾ ਸਨਮਾਨ ਦਿੱਤਾ ਹੈ ਤੁਹਾਨੂੰ। ਨਖ ਸਿੱਖ ਲਓ ਸਗਰੇ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਨ ਕੇ ਚਰਨਨ ਪਿਟਾਰੀਏ ਅਗਨ ਜਲਾਏ ਫੁਨ ਪੀਸਨ ਪਿਸਾਏ ਤਾਹੇ ਤਾਹੇ ਮਾਰਗ ਪੇ ਚਰਨਨ ਕੇ ਡਾਰੀਏ ਤੈ ਪਦ ਪਦਿਕ ਅਧਿਕ ਲਿਵਲ ਲਾਗੀ ਰੇ ਦਇਆ ਕੇ ਦਇਆਲ ਮੋਹਿ ਪਤਿਤ ਉਧਾਰੀਏ। ਇਹ ਪੱਤਾਂ ਦਾ ਉਧਾਰ ਕਰਨ ਵਾਲੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਵੀ ਬਿਰਤੀ ਐਸੀ ਬਣ ਜਾਏ ਜਿਸ ਪਾਵਨ ਦਰਬਾਰ ਦੀਆਂ ਆਪਾਂ ਚੌਕੜੀਆਂ ਮਾਰ ਕੇ ਬੈਠੀਆਂ ਗੁਰੂ ਸਾਹਿਬ ਤੋਂ ਕੁਝ ਮੰਗ ਕਰ ਰਹੇ ਹਾਂ, ਉਹ ਬਿਰਤੀ ਉਹ ਡਿਊਟੀ ਮੇਰੀ ਵੀ ਲੱਗ ਜਾਏ, ਉਹ ਬਿਰਤੀ ਮੇਰੀ ਵੀ ਲੱਗ ਜਾਏ ਕਿ ਆਪ ਜੈਸੇ ਗੁਰਸਿੱਖਾਂ ਦੀ ਤਰ੍ਹਾਂ ਮੈਂ ਵੀ ਇਸ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਾਂ। ਇਤਨਾ ਮਾਣ ਔਰ ਸਨਮਾਨ ਤੁਹਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਿੱਤਾ ਹੈ। ਔਰ ਭਗਤ ਕਬੀਰ ਜੀ ਪਤਾ ਕੀ ਕਹਿੰਦੇ ਹਨ ਤੁਹਾਡੀਆਂ ਵਾਸਤੇ? ਭਗਤ ਕਬੀਰ ਜੀ ਕਹਿੰਦੇ ਹਨ ਕਿ ਕਬੀਰ ਸੁਪਨੇ ਹੂੰ ਬਰਡਾਏ ਕੇ ਜੈ ਮੁਖ ਨਿਕਸੇ ਰਾਮ ਤਾਕੇ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ। ਭਗਤ ਕਬੀਰ ਜੀ ਕਹਿੰਦੇ ਹਨ ਕਿ ਜਿਹੜੇ ਇਸ ਪਰਮਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹਨ, ਕਹਿੰਦੇ ਹਨ ਕਿ ਮੇਰਾ ਮਨ ਕਰਦਾ ਹੈ, ਮੇਰਾ ਚਿੱਤ ਕਰਦਾ ਹੈ, ਮੇਰੀ ਦਿਲੀ ਇੱਛਾ ਹੁੰਦੀ ਹੈ ਕਿ ਮੈਂ ਇਹਨਾਂ ਨੂੰ ਹੋਰ ਕੁਛ ਤੇ ਨਹੀਂ ਦੇ ਸਕਦਾ, ਆਪਣੇ ਖਲ ਦੀ ਆਪਣੇ ਚਮੜੇ ਦੀ ਜੁੱਤੀ ਬਣਾਈ ਜਾਏ
ਔਰ ਉਸ ਜੁੱਤੀਆਂ ਨੂੰ ਸਾਧ ਸੰਗਤ ਵਿੱਚ ਚੱਲਣ ਵਾਲੇ ਗੁਰਸਿੱਖ ਪਿਆਰਿਆਂ ਦੇ ਕਦਮਾਂ ਵਿੱਚ ਪਾ ਦਿਆਂ, ਜਿਹੜੇ ਚਰਨ ਸ਼ਰਨ ਚੱਲ ਕੇ ਇਸ ਪਾਵਨ ਦਰਬਾਰ ਦੀ ਹਾਜ਼ਰੀਆਂ ਭਰਦੇ ਹਨ। ਮਨੁੱਖਾ ਜੂਨ ਵਿੱਚ ਵੀ ਆਏ, ਮਨੁੱਖਾ ਜਨ ਵਿੱਚ ਵੀ ਉਹ ਵਿਚਰੇ, ਮਨੁੱਖਾ ਜਨ ਵਿੱਚ ਵੀ ਰਹੇ, ਲੇਕਿਨ ਉਹਨਾਂ ਨੂੰ ਪਸ਼ੂਆਂ ਦਾ ਜਨਮ ਕਿਉਂ ਮਿਲਿਆ? ਕਿਉਂਕਿ ਉਹਨਾਂ ਨੂੰ ਸੰਤ ਮਹਾਂਪੁਰਸ਼ਾਂ ਦੀ ਬਾਣੀ ਉਸ ਵਕਤ ਜਦ ਸੰਤ ਮਹਾਂਪੁਰਸ਼ ਕਹਿੰਦੇ ਹਨ ਕਿ ਗਾਵੋ, ਸੁਣੋ, ਪੜੋ ਨਿਤ ਭਾਈ, ਤਾਂ ਉਹਨਾਂ ਨੇ ਗੁਰਬਾਣੀ ਨੂੰ ਤਵੱਜੋ ਨਹੀਂ ਦਿੱਤਾ, ਪੜ੍ਹਿਆ ਨਹੀਂ ਔਰ ਸੁਣਿਆ ਨਹੀਂ, ਔਰ ਆਪਣੇ ਜੀਵਨ ਦਾ ਆਧਾਰ ਗੁਰਬਾਣੀ ਨੂੰ ਨਹੀਂ ਬਣਾਇਆ। ਔਰ ਅੱਜ ਪਸ਼ੂਆਂ ਵਾਲਾ, ਜਾਨਵਰਾਂ ਵਾਲਾ ਜੀਵਨ ਬਤੀਤ ਕਰ ਰਹੇ ਹਨ। ਸਤਿਗੁਰ ਸੱਚੇ ਪਾਤਸ਼ਾਹ ਭਲਾ ਕਰ ਰਹੇ। ਅਸੀਂ ਜੀਵਦੇ ਹਾਂ, ਅਸੀਂ ਦਿਖਦੇ ਹਾਂ, ਅਸੀਂ ਜੀਵਦੇ ਹਾਂ, ਸਾਡੀ ਰਸਨਾ ਕੰਮ ਕਰਦੀ, ਅਸੀਂ ਬੋਲਦੇ ਹਾਂ, ਅਸੀਂ ਜੀਵਦੇ ਹਾਂ, ਅਸੀਂ ਕੰਨਾਂ ਨਾਲ ਸੁਣਦੇ ਹੋਏ ਹਾਂ, ਅਸੀਂ ਜਿਉਂਦੇ ਹਾਂ, ਸਾਡੀ ਨਸ਼ਕਾ ਵੀ ਕੰਮ ਕਰਦੀ ਹੈ। ਗੁਰੂ ਪਾਤਸ਼ਾਹ ਨੇ ਸਾਨੂੰ ਇੱਕ ਜ਼ੁਬਾਨ ਵੀ ਦਿੱਤੀ ਹੈ, ਉਸ ਜ਼ੁਬਾਨ ਦੇ ਰਾਹੀਂ ਅਸੀਂ ਬੋਲਦੇ ਵੀ ਹਾਂ। ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਤਲਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ ਜਿਸ ਹਿਰਦੇ ਧਨਵੰਤ, ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੇ ਸੰਗ ਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਮੈਂ ਸੁਣਿਆ ਸੀ ਕਿ ਪਰਿਆ ਦੀ ਸੰਗਤ ਬਹੁਤ ਹੀ ਜਾਗਰੂਕ ਹੈ, ਬਹੁਤ ਹੀ ਗੁਰੂ ਨਾਨਕ ਨਾਮ ਲੇਵਾ ਵਾਲੀ ਹੈ, ਪਰ ਗੁਰਬਾਣੀ ਦੀਆਂ ਸਹਿਜ ਔਰ ਸੁਖੈਨ ਤੁਕਾਂ ਤੁਹਾਨੂੰ ਨੂੰ ਹਮੇਸ਼ਾ ਸੁਣਾਈਆਂ ਜਾਂਦੀਆਂ ਹਨ, ਪੜ੍ਹਦੇ ਹਾਂ, ਬੋਲਿਆ ਵੀ ਕਰੋ ਕਿ ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ ਜਿਸ ਹਿਰਦੇ ਧਨਵੰਤ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੇ ਸੰਗ ਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਬੋਲਿਆ ਕਰੋ, ਸਤਿਗੁਰ ਸੱਚੇ ਪਾਤਸ਼ਾਹ ਭਲਾ ਕਰਨਗੇ। ਜਿਸ ਪਾਵਨ ਸਥਾਨ ਚ ਵਿੱਚ ਆਪ ਬੈਠੇ ਹੋ, ਅਸੀਂ ਵੀ ਬੈਠੇ ਹਾਂ, ਉਹਦੀ ਅਗਰ ਇੱਕ ਵੀ ਤੁਕ ਸਾਡੇ ਕੰਨਾਂ ਚ ਪਾ ਗਈ ਔਰ ਸਾਡੇ ਜੀਵਨ ਦਾ ਆਧਾਰ ਗੁਰਬਾਣੀ ਬਣ ਗਈ, ਤੇ ਸੱਚਮੁੱਚ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਬਖਸ਼ਿਸ਼ ਕਰਦੇ ਹਨ, ਔਰ ਆਵਣ ਜਾਵਣ ਦਾ ਇਹ ਸਾਰੇ ਦੇ ਸਾਰਾ ਚੱਕਰ ਖਤਮ ਕਰ ਦਿੰਦੇ ਹਨ। ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਸਟੇਜ ਸਕੱਤਰ ਬਹੁਤ ਹੀ ਸੁੰਦਰ ਸ਼ਬਦਾਂ ਦੇ ਵਿੱਚ ਗਾਗਰ ਦੇ ਵਿੱਚ ਸਾਗਰ ਭਰ ਕੇ ਗਏ ਹਨ, ਔਰ ਕਹਿੰਦੇ ਹਨ ਕਿ ਬਿਮਾਰ ਆਦਮੀ ਨੂੰ ਗੁਰਬਾਣੀ ਚੰਗੀ ਨਹੀਂ ਲੱਗਦੀ। ਜਿਹੜਾ ਬੰਦਾ ਬਿਮਾਰ ਹੈ ਉਸ ਨੂੰ ਭਜਨ ਚੰਗਾ ਨਹੀਂ ਲੱਗਦਾ, ਔਰ ਜਿਹੜੇ ਅੰਦਰ ਬਿਮਾਰੀ ਹੈ ਉਸ ਨੂੰ ਭੋਜਨ ਵੀ ਚੰਗਾ ਨਹੀਂ ਲੱਗਦਾ। ਸਾਡਾ ਸਰੀਰ ਬਿਮਾਰ ਹੋਵੇ, ਸਾਨੂੰ ਭੋਜਨ ਚੰਗਾ ਨਹੀਂ ਲੱਗਦਾ। ਸਾਡੀ ਆਤਮਾ ਬਿਮਾਰ ਹੋਵੇ, ਸਾਨੂੰ ਭਜਨ ਚੰਗਾ ਨਹੀਂ ਲੱਗਦਾ। ਗੁਰੂ ਪਾਤਸ਼ਾਹ ਨੇ ਜਿਹੜਾ ਸਮਾਂ ਦਿੱਤਾ ਹੈ ਤੁਹਾਨੂੰ ਔਰ ਸਾਨੂੰ, ਜਿਤਨਾ ਵੀ ਸਮਾਂ ਬਖਸ਼ਿਆ ਹੈ, ਇਹ ਕਿਸੇ ਕੰਮ ਆਏਗਾ। ਸਾਡਾ ਸਰੀਰ ਬਿਮਾਰ ਹੁੰਦਾ ਹੈ, ਕੋਈ ਰੋਗ ਲੱਗਦਾ ਹੈ, ਅਸੀਂ ਡਾਕਟਰ ਕੋਲ ਪਹੁੰਚਦੇ ਹਾਂ, ਤੇ ਡਾਕਟਰ ਕੋਲ ਜਾ ਕੇ ਅਸੀਂ ਉਸ ਨੂੰ ਆਪਣੀ ਬਿਮਾਰੀ ਦੱਸਦੇ ਹਾਂ। ਮੰਨ ਲਿਆ ਕੋਈ ਬਿਮਾਰ ਆਦਮੀ ਹੈ, ਤੇ ਡਾਕਟਰ ਨੇ ਮੰਨ ਲਿਆ ਉਸ ਪਰਚੇ ਦੇ ਵਿੱਚ ਪੈਰਾਸੀਟਾਮਾਲ ਲਿਖਿਆ। ਹੁਣ ਪੈਰਾਸੀਟਾਮਾਲ ਦਾ ਅਰਥ ਤੁਹਾਨੂੰ ਪਤਾ ਨਹੀਂ, ਪੈਰਾਸੀਟਾਮਾਲ ਦਾ ਅਰਥ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ, ਲੇਕਿਨ ਬਾਜ਼ਾਰ ਵਿੱਚ ਜਾ ਕੇ ਜਦ ਪੈਰਾਸੀਟਾਮਾਲ ਦੀ ਗੋਲੀ ਆਪਾਂ ਲੈਂਦੇ ਹਾਂ, ਪੈਰਾਸੀਟਾਮਾਲ ਦੀ ਗੋਲੀ ਜਦ ਖਾਂਦੇ ਹਾਂ, ਉਹ ਗੋਲੀ ਜਦੋਂ ਸਰੀਰ ਦੇ ਅੰਦਰ ਜਾਂਦੀ ਹੈ ਨਾ, ਤੇ ਫਿਰ ਉਹ ਸਾਡੇ ਰੋਗ ਨੂੰ ਤੰਦਰੁਸਤ ਕਰ ਦਿੰਦੀ ਹੈ, ਸਾਡੇ ਸਰੀਰ ਨੂੰ ਵਧੀਆ ਕਰ ਦਿੰਦੀ ਹੈ, ਚੰਗਾ ਭਲਾ ਕਰ ਦਿੰਦੀ ਹੈ, 9/9 ਕਰ ਦਿੰਦੀ ਹੈ। ਗੁਰਬਾਣੀ ਇੱਕ ਐਸੀ ਔਸ਼ਧੀ ਹੈ, ਇੱਕ ਐਸੀ ਦਵਾਈ ਹੈ ਜਿਹੜੇ ਸਾਨੂੰ ਤਰੋ ਤਾਜ਼ਾ ਕਰਦੀ ਹੈ। ਜੀਵਨ ਮੁਕੰਦੇ ਮਰਤ ਮੁਕੰਦੇ, ਤਾਂ ਕਿ ਸੇਵਕ ਕੋ ਸਦਾ ਆਨੰਦੇ। ਗੁਰਬਾਣੀ ਇੱਕ ਔਸ਼ਧੀ ਰਾਹੀਂ ਕੰਮ ਕਰਦੀ ਹੈ। ਭਾਵੇਂ ਸਾਨੂੰ ਕੀਰਤਨ ਆਪਾਂ ਸੁਣਿਆ ਹੈ,
ਕਿਸੇ ਨੂੰ ਭਾਵੇਂ ਕੀਰਤਨ ਦੇ ਅਰਥ, ਉਸ ਵਿੱਚ ਤੁਕਾਂ ਦੇ ਅਰਥ ਭਾਵੇਂ ਪਤਾ ਲੱਗੇ ਜਾਂ ਨਾ ਲੱਗੇ, ਪਰੰਤੂ ਇਹ ਗੱਲ ਮੈਂ ਇਸ ਸਟੇਜ ਦੇ ਮਾਧਿਅਮ ਦੇ ਨਾਲ ਦਾਅਵੇ ਦੇ ਨਾਲ ਕਹਿੰਦਾ ਕਿ ਜਦ ਉਸ ਗੁਰਬਾਣੀ ਦੇ ਸ਼ਬਦ ਦੇ ਕੀਰਤਨ ਰਾਹੀਂ ਜਿਹੜੀਆਂ ਤੁਕਾਂ, ਜਿਹੜੀਆਂ ਪੰਗਤਾਂ ਸਾਡੇ ਕੰਨਾਂ ਦੇ ਰਾਹੀਂ ਅੰਦਰ ਗਈਆਂ, ਉਹ ਸੱਚਮੁੱਚ ਤੁਹਾਨੂੰ ਤੁਹਾਡਾ ਜੀਵਨ ਸਵਾਰ ਦੇਣਗੀਆਂ, ਤੁਹਾਡਾ ਜੀਵਨ ਆਉਣ ਜਾਣ ਦੇ ਚੱਕਰ ਵਿੱਚ ਖਤਮ ਕਰ ਦਿੰਦੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਤਨੀ ਭਲਾਈ ਸਾਡੇ ਔਰ ਤੁਹਾਡੇ ਵਾਸਤੇ ਕੀਤੀ ਹੈ ਕਿ ਆਪਣੇ ਜੀਵਨ ਦੇ 239 ਸਾਲ ਉਹਨਾਂ ਨੇ ਇਸ ਕੰਮੀ ਲਾਏ ਕਿ ਤੁਹਾਨੂੰ ਸਜਾਵਣ ਔਰ ਸਵਾਰਨ ਦਾ ਜਿਹੜਾ ਮਨੋਰਥ ਉਹਨਾਂ ਦਾ ਥਾ, ਉਹ ਮਨੋਰਥ ਉਹਨਾਂ ਨੇ ਜ਼ਰੂਰ ਪ੍ਰਾਪਤ ਕੀਤਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸਾਨੂੰ ਸੁਚੇਤ ਕਰਦੀ ਹੈ ਕਿ ਮਨੁੱਖਾ ਜਨਮ ਕਾਹਦੇ ਵਾਸਤੇ ਹੈ। ਜੇ ਆਪਾਂ ਲੇਟੇ ਉੱਠਿਆਂ ਬੈਠਿਆਂ ਜਾਂ ਸੁੱਤਿਆਂ ਸੌਣ ਲੱਗਿਆ ਮੱਥੇ ਤੇ ਹੱਥ ਧਰ ਕੇ ਆਪਣੇ ਆਪ ਇੱਕ ਸਵਾਲ ਕਰੀਏ ਕਿ ਕੀ ਸਾਡੇ ਜੀਵਨ ਦਾ ਮਨੋਰਥ ਬੱਚੇ ਪੈਦਾ ਕਰਨਾ ਹੈ, ਤੇ ਤੁਹਾਨੂੰ ਉਹਦਾ ਉੱਤਰ ਮਿਲੇਗਾ ਕਿ ਸਾਡੇ ਜੀਵਨ ਦਾ ਮਨੋਰਥ ਕੇਵਲ ਔਰ ਕੇਵਲ ਬੱਚੇ ਪੈਦਾ ਕਰਨਾ ਨਹੀਂ। ਦੂਸਰਾ ਇੱਕ ਸਵਾਲ ਗੁਰੂ ਸਾਹਿਬ ਤੋਂ ਆਪਣੇ ਆਪ ਤੋਂ ਪੁੱਛੋ ਕਿ ਸਾਡੇ ਜੀਵਨ ਦਾ ਮਨੋਰਥ ਇਹ ਹੈ ਕਿ ਨੌਕਰੀ ਕਰੀਏ, ਜ਼ਮੀਨ ਛੱਡੀਏ, ਜਾਇਦਾਦ ਛੱਡੀਏ, ਵੇਲਣ ਹੋ ਕੇ ਇਕਾਕੀ ਉਦਾਸੀ ਜਿਹਾ ਜੀਵਨ ਬਤੀਤ ਕਰੀਏ, ਸਾਡੇ ਜੀਵਨ ਦਾ ਮਨੋਰਥ ਇਹ ਹੈ। ਤੇ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਤੁਹਾਡੇ ਅੰਦਰੋਂ ਹੀ ਜਿਹੜੀ ਪ੍ਰਮਾਤਮਾ ਦੀ ਇਹ ਆਤਮਾ ਬੈਠੀ ਹੈ ਤੁਹਾਨੂੰ ਆਵਾਜ਼ ਦੇ ਕੇ ਕਹੇਗੀ ਕਿ ਨਹੀਂ, ਸਾਡੇ ਜੀਵਨ ਦਾ ਮਨੋਰਥ ਇਹ ਵੀ ਨਹੀਂ ਹੈ। ਗੁਰੂ ਸਾਹਿਬ ਕੋਲ ਆਵਾਜ਼ ਦੇ ਕੇ ਪੁੱਛੇ ਕਿ ਸੱਚੇ ਪਾਤਸ਼ਾਹ ਕਿ ਸਾਡੇ ਜੀਵਨ ਦਾ ਮਨੋਰਥ ਹੈ ਕੀ। ਫਿਰ ਅੱਗੇ ਤੁਸੀਂ ਜੇ ਗੁਰਬਾਣੀ ਦੇ ਨਾਲ ਲਿਵ ਲਾਉਂਦੇ ਹੋ ਤਾਂ ਤੁਹਾਨੂੰ ਇਹ ਪਤਾ ਹੋਏਗਾ ਕਿ ਸਾਡੇ ਜੀਵਨ ਦਾ ਮਨੋਰਥ ਗੁਰੂ ਸਾਹਿਬ ਬਾਰ-ਬਾਰ ਦੱਸਦੇ ਹਨ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹੀ ਤੇਰੀ ਬਰੀਆ। ਕਹਿੰਦੇ ਹਨ ਅਵਰ ਕਾਜ, ਜਿਹੜੇ ਦੁਨਿਆਵੀ ਧੰਦੀਆਂ 'ਚ ਲੱਗੇ ਹੋਏ ਜਿਹੜੇ ਕੰਮ ਹਨ ਉਹ ਤੁਹਾਡੀ ਡਿਊਟੀਜ਼ ਹੈ, ਡਿਊਟੀ ਜ਼ਰੂਰ ਕਰਨੀ ਹੈ, ਇਹਦੇ ਤੋਂ ਭੱਜਣਾ ਨਹੀਂ ਹੈ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸ਼ਰਮ ਜਾਮ ਲਾਗ ਭੌਜਲ ਤਰਨ ਕੇ। ਨਹੀਂ ਤੇ ਕੀ ਹੋਏਗਾ ਕਿ ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰੀ ਆਪਣੇ ਪਿਆਰੇ ਗੁਰਸਿੱਖਾਂ ਦੇ ਨਾਲ ਸ਼ਿਕਾਰ ਖੇਡਣ ਦੇ ਲਈ ਸਤਲੁਜ ਦਰਿਆ ਤੋਂ ਪਾਰ ਚੱਲੇ ਹਨ। ਕਿਸ਼ਤੀ ਤੇ ਸਵਾਰ ਹੋਏ ਭਾਈ ਸਹਿਦਾ ਜੀ ਨੇ ਕਿਸ਼ਤੀ ਪਰਲੇ ਕੰਢੇ ਜਾ ਕੇ ਲਾਈ। ਕਿਸ਼ਤੀ ਤੋਂ ਉਤਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਗੁਰਸਿੱਖ ਭਾਈ ਸਹਿਦਾ ਜੀ ਨੂੰ ਕਿਹਾ ਕਿ ਸਹਿਦਿਆ, ਮੈਨੂੰ ਪਤਾ ਹੈ ਕਿ ਤੂੰ ਕਿਸ਼ਤੀ ਚਲਾ ਕੇ ਆਪਣਾ ਗੁਜ਼ਰਾਨ ਕਰਦਾ ਹੁੰਦਾ ਹੈ, ਤੇ ਦੱਸੋ ਕਿਤਨੇ ਪੈਸੇ ਹੋਏ ਹਨ। ਭਾਈ ਸਹਿਦਾ ਕਿਸ਼ਤੀ ਤੇ ਸਵਾਰ ਹੋਏ ਸਨ। ਭਾਈ ਸਹਿਦਾ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਸੰਗਤਾਂ ਨੂੰ ਦਰਿਆ ਦੇ ਪਰਲੇ ਕੰਢੇ ਤੇ ਉਤਾਰਿਆ। ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਬਚਨ ਸਨ ਕਿ ਸਹਿਦਿਆ, ਮੈਨੂੰ ਪਤਾ ਹੈ ਕਿ ਤੂੰ ਕਿਸ਼ਤੀ ਚਲਾਉਂਦਾ ਹੈ ਔਰ ਕਿਸ਼ਤੀ ਚਲਾ ਕੇ ਹੀ ਆਪਣੇ ਪਰਿਵਾਰ ਦਾ ਗੁਜ਼ਰਾਨ ਕਰਦਾ ਹੈ, ਤੇ ਦੱਸੋ ਕਿਤਨੇ ਪੈਸੇ ਹੋਏ ਹਨ। ਭਾਈ ਸਹਿਦਾ ਅੱਜ ਬੜਾ ਖੁਸ਼ ਹੈ, ਜਿਸ ਤਰੀਕੇ ਦੇ ਨਾਲ ਅੱਜ ਇੱਥੇ ਬੈਠੀ ਹੈ ਮਾਤਾ ਜੀ ਬਹੁਤ ਖੁਸ਼ ਹਨ। ਇਹ ਗੋਲਡਨ ਫਲਾਵਰ ਦਾ ਸਾਰਾ ਸਟਾਫ ਬਹੁਤ ਖੁਸ਼ ਹੈ ਤੇ ਭਾਈ ਸਹਿਦਾ ਬਹੁਤ ਖੁਸ਼ ਹੈ, ਕੁਝ ਬੋਲ ਨਹੀਂ ਰਿਹਾ। ਗੁਰੂ ਸਾਹਿਬ ਨੇ ਫਿਰ ਕਿਹਾ ਕਿ ਸਹਿਦਿਆ ਦੱਸੋ ਕਿਤਨੀ ਮਾਇਆ ਬਣੀ ਹੈ। ਭਾਈ ਸਹਿਦਾ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਮੇਰੀਆਂ ਦੋ ਬੇਨਤੀਆਂ ਨੇ ਆਪ ਜੀ ਦੇ ਚਰਨਾਂ ਵਿੱਚ। ਪਹਿਲੀ ਬੇਨਤੀ ਹੈ ਕਿ ਅੱਜ ਤੁਸੀਂ ਮੇਰੇ ਘਾਟ ਤੇ ਆਏ ਹੋ ਨਾ, ਮੈਂ ਤੁਹਾਨੂੰ ਇੱਕ ਨਿੱਕਾ ਜਿਹਾ ਦਰਿਆ ਪਾਰ ਕਰਵਾਇਆ ਹੈ। ਸੱਚੇ ਪਾਤਸ਼ਾਹ ਮੇਰੀ ਪਹਿਲੀ ਬੇਨਤੀ ਹੈ ਕਿ ਜਦ ਕਦੀ ਮੈਂ ਤੁਹਾਡੇ ਦਰ ਤੇ ਚਲਾ ਗਿਆ ਨਾ, ਸੱਚੇ ਪਾਤਸ਼ਾਹ ਮੇਰੇ ਤੇ ਬਖਸ਼ਿਸ਼ ਕਰਨੀ ਕਿ ਮੈਨੂੰ ਸੰਸਾਰ ਸਾਗਰ ਤੋਂ ਪਾਰ ਕਰ ਦੇਣਾ। ਔਰ ਦੂਜੀ ਬੇਨਤੀ ਇਹ ਹੈ ਕਿ ਮੈਂ ਆਪਣੀ ਜਾਤ ਬਰਾਦਰੀ ਵਾਲਿਆਂ ਤੋਂ ਪੈਸੇ ਨਹੀਂ ਲੈਂਦਾ ਹੁੰਦਾ। ਸਿੱਖ ਹੈਰਾਨ ਹੋ ਕੇ ਪੁੱਛ ਰਹੇ ਨੇ ਕਿ ਭਾਈ ਸਹਿਦਿਆ ਤੂੰ ਕੀ ਬੋਲ ਰਿਹਾ ਹੈ।
ਭਾਈ ਸਾਹਿਦਾ ਜੀ ਕਹਿਣ ਲੱਗੇ ਕਿ ਹਾਂ ਇਹ ਸੱਚ ਹੈ ਕਿ ਗੁਰਜਹਾਜ ਖੇਵਟ ਗੁਰੂ ਗੁਰਬਿਨ ਤਰਿਆ ਨ ਕੋਏ, ਗੁਰ ਪ੍ਰਸਾਦ ਪ੍ਰਭ ਪਾਈਏ, ਗੁਰਬਿਨ ਮੁਕਤ ਨਾ ਹੋਏ। ਭਾਈ ਗੁਰੂ ਵੀ ਮਲਾ ਹੈ, ਮੈਂ ਵੀ ਮਲਾ ਹਾਂ। ਮੈਂ ਇੱਕ ਛੋਟੇ ਜਿਹੇ ਦਰਿਆ ਨੂੰ ਪਾਰ ਕਰਨ ਵਾਲਾ ਮਲਾ ਹਾਂ, ਔਰ ਗੁਰੂ ਸੰਸਾਰ ਸਾਗਰ ਤੋਂ ਪਾਰ ਕਰਨ ਵਾਲਾ ਮਲਾ ਹੈ। ਇਸ ਲਈ ਗੁਰੂ ਪਾਤਸ਼ਾਹ ਮੇਰੀ ਬਰਾਦਰੀ ਦੇ ਹਨ, ਮੇਰੀ ਜਾਤ ਦੇ ਹਨ। ਇਸ ਕਰਕੇ ਮੈਂ ਗੁਰੂ ਸਾਹਿਬ ਤੋਂ ਪੈਸੇ ਨਹੀਂ ਲਵਾਂਗਾ। ਦਰਅਸਲ ਭਾਈ ਸਾਹਿਦਾ ਜੀ ਦੀ ਗੱਲ ਛੋਟੀ ਜਿਹੀ ਲੱਗਦੀ ਹੈ, ਅੱਜ ਖਾਸ ਕਰਕੇ ਜੇ ਤੁਸੀਂ ਪੁਰਾਤਨ ਸਮੇਂ ਵਿੱਚ ਦੇਖਿਆ ਜਾਏ ਕਿ ਇੱਕ ਸਿੱਖ ਆਪਣੇ ਸਤਿਗੁਰੂ ਨੂੰ ਕਿਵੇਂ ਆਪਣਾ ਆਪ ਸਮਰਪਿਤ ਕਰਕੇ ਆਪਣੀ ਖਾਸ ਜਾਤ ਬਰਾਦਰੀ ਤਾਂ ਦੱਸਦਾ ਸੀ। ਨਹੀਂ ਤੇ ਸੰਸਾਰ ਦਾ ਇਤਿਹਾਸ ਫਲੋਰ ਕੇ ਦੇਖ ਲਈਏ ਕਿ ਕਿਸੇ ਗੁਰੂ ਨੇ, ਕਿਸੇ ਪੈਗੰਬਰ ਨੇ, ਕਿਸੇ ਅਵਤਾਰ ਨੇ ਆਪਣੇ ਚੇਲਿਆਂ ਨੂੰ ਆਪਣੇ ਬਰਾਬਰ ਦਾ ਦਰਜਾ ਦੇਣਾ ਤੇ ਕਿ ਕਦੇ ਵੀ ਆਪਣੀ ਜਾਤ ਬਰਾਦਰੀ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਤੇ ਸਿੱਖਾਂ ਨੂੰ ਇਹ ਮਾਣ ਬਖਸ਼ਿਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਕਿਉਂ ਨੇ? ਕਿਉਂਕਿ ਸਿੱਖ ਤੇ ਗੁਰੂ ਦੋ ਨਹੀਂ, ਇੱਕੋ ਹੀ ਹਨ। ਦੇਖਣ ਵਿੱਚ ਭਾਵੇਂ ਦੋ ਹੋਣ, ਪਰ ਗੁਰੂ ਜਿਸ ਉੱਚੀ ਆਤਮਿਕ ਅਵਸਥਾ ਦਾ ਹੁੰਦਾ ਹੈ, ਉਹ ਸਿੱਖ ਨੂੰ ਵੀ ਉਸੇ ਉੱਚੀ ਆਤਮਿਕ ਅਵਸਥਾ ਵਿੱਚ ਲੈ ਜਾਣਾ ਚਾਹੁੰਦਾ ਹੈ। ਗੁਰੂ ਜੀ ਦੇ ਪਾਵਨ ਬਚਨ ਹਨ, ਗੁਰੂ ਸਿੱਖ, ਸਿੱਖ ਗੁਰੂ ਹੈ। ਏਕੋ ਗੁਰੂ ਉਪਦੇਸ਼ ਚਲਾਏ, ਵਾਹ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਇਹ ਮਾਣ ਕੇਵਲ ਔਰ ਕੇਵਲ ਗੁਰਸਿੱਖਾਂ ਨੂੰ ਹੀ ਮਿਲਿਆ ਹੈ। ਦਰਅਸਲ ਭਾਈ ਸਾਹਿਦਾ ਜੀ ਦੀ ਗੱਲ ਵਿਸ਼ੇਸ਼ਤਾ ਰੱਖਦੀ ਹੈ ਕਿ ਭਾਈ ਸਾਹਿਦਾ ਜੀ ਨੇ ਦੋ ਜਹਾਨਾਂ ਦੇ ਵਾਲੀ ਗੁਰੂ ਜੀ ਨੂੰ ਇਹ ਕਹਿਣ ਦੀ ਜ਼ਰੂਰਤ ਕੀਤੀ ਕਿ ਸਤਿਗੁਰੂ ਤੁਸੀਂ ਮੇਰੀ ਬਰਾਦਰੀ ਦੇ ਹੋ, ਮੈਂ ਤੁਹਾਡੀ ਜਾਤ ਦਾ ਹਾਂ। ਜਾਤ ਦਾ ਮਤਲਬ ਇੱਥੇ ਉਚਿਤ ਆਤਮਿਕ ਅਵਸਥਾ ਦੀ ਗੱਲ ਹੀ ਕੀਤੀ ਜਾ ਸਕਦੀ ਹੈ। ਤੇ ਜੇ ਦੂਜੇ ਧਰਮਾਂ ਦਾ, ਦੂਜੇ ਮਜ਼ਹਬਾਂ ਦਾ, ਦੂਜੇ ਕੌਮਾਂ ਦਾ ਇਤਿਹਾਸ ਪੜ੍ਹ ਕੇ ਵੇਖੀਏ ਤੇ ਲਿਖਿਆ ਮਿਲਦਾ ਹੈ ਕਿ ਮਤੰਗਾ ਨਾਮ ਦਾ ਰਿਸ਼ੀ ਸੀ ਭਿਲੜੀ ਦੇ ਖਾਨਦਾਨ ਦਾ। ਇੱਕ ਵਾਰੀ ਉਸਦੇ ਮਨ ਵਿੱਚ ਇਹ ਖਾਹਿਸ਼ ਪ੍ਰਗਟ ਹੋਈ ਕਿ ਮੈਂ ਇੱਕ ਛੋਟੀ ਜਾਤੀ ਦਾ ਹਾਂ ਤੇ ਲੋਕੀ ਮੈਨੂੰ ਦੂਰੇ ਦੂਰੇ ਕਰਦੇ ਹਨ, ਤਾਂ ਕੋਈ ਐਸਾ ਢੰਗ ਤਰੀਕਾ ਅਪਣਾਵਾਂ ਜਿਹਦੇ ਨਾਲ ਮੈਂ ਵੀ ਉੱਚੀ ਤੇ ਸੰਸਾਰ ਦੇ ਲੋਕ ਮੈਨੂੰ ਮਾਣ ਔਰ ਇੱਜ਼ਤ ਦੇਣ। ਔਰ ਕਹਿੰਦੇ ਹਨ ਕਿ ਮਤੰਗਾ ਜੀ ਨੇ ਤਪੱਸਿਆ ਸ਼ੁਰੂ ਕਰ ਦਿੱਤੀ ਔਰ ਇਤਨੀ ਕਠਿਨ ਤਪੱਸਿਆ ਕੀਤੀ, ਇਤਨੀ ਕਠਿਨ ਤਪੱਸਿਆ ਕੀਤੀ ਕਿ ਇੰਦਰ ਦਾ ਸਿੰਘਾਸਣ ਡੋਲਣ ਲੱਗਾ। ਕਿਉਂਕਿ ਇੰਦਰ ਦਾ ਸਿੰਘਾਸਣ ਵੈਸੇ ਲਈ ਕਈ ਢੰਗ ਤਰੀਕੇ ਅਪਣਾਏ, ਕਦੇ ਪੱਛਰਾਂ ਨੂੰ ਭੇਜ, ਕਦੇ ਅੱਗ ਬਰਸਾਈ, ਕਦੇ ਪਾਣੀ, ਕਦੇ ਚਿੱਖੜ ਚਲਾਏ, ਪਰ ਮਤੰਗਾ ਆਪਣੀ ਭਗਤੀ 'ਚ ਮਸਤ ਰਿਹਾ, ਡੋਲਿਆ ਨਹੀਂ। ਅੰਤ ਬ੍ਰਹਮਾ ਜੀ ਨੂੰ ਪ੍ਰਗਟ ਹੋਣਾ ਪਿਆ। ਬ੍ਰਹਮਾ ਜੀ ਨੇ ਆ ਕੇ ਪੁੱਛ ਕੀਤੀ ਕਿ ਮਤੰਗਾ, ਸੰਸਾਰ ਦੇ ਸਾਰੇ ਸੁੱਖ ਤੈਨੂੰ ਦਿੱਤੇ ਜਾ ਸਕਦੇ ਨੇ, ਮੈਂ ਦੇ ਦਿਆਂਗਾ। ਸੰਸਾਰ ਦੇ ਸਾਰੀਆਂ ਐਸ਼ ਪ੍ਰਸਤੀਆਂ ਦੀਆਂ ਚੀਜ਼ਾਂ ਮੈਂ ਤੈਨੂੰ ਦੇ ਸਕਦਾ ਹਾਂ, ਦੇ ਦਿਆਂਗਾ, ਦੱਸ ਕੀ ਚਾਹੀਦਾ? ਤੇ ਮਤੰਗਾ ਜੀ ਨੇ ਕਿਹਾ ਕਿ ਮੈਨੂੰ ਜੇ ਤੁਸੀਂ ਤੁਰਠੇ ਹੋ, ਕੁਝ ਦੇਣਾ ਚਾਹੁੰਦੇ ਹੋ, ਤੇ ਸ਼ੂਦਰ ਤੋਂ ਬ੍ਰਾਹਮਣ ਜਾਤ ਵਿੱਚ ਲੈ ਆਓ। ਤੇ ਮਤੰਗਾ ਜੀ ਦੀ ਇਸ ਗੱਲ ਨੂੰ ਸੁਣ ਕੇ ਬ੍ਰਹਮਾ ਜੀ ਆਪਣੇ ਕੀਤੇ ਹੋਏ ਵਾਅਦੇ ਤੋਂ ਮੁਕਰ ਗਏ ਔਰ ਕਹਿਣ ਲੱਗੇ ਕਿ ਮਤੰਗਾ, ਸੰਸਾਰ ਦੇ ਸਾਰੇ ਸੁੱਖ, ਸੰਸਾਰ ਦੀਆਂ ਸਾਰੀਆਂ ਚੀਜ਼ਾਂ ਮੈਂ ਤੈਨੂੰ ਦੇ ਸਕਦਾ ਹਾਂ, ਪਰ ਤੈਂ ਜੇ ਸ਼ਰਤ ਲਾ ਦਿੱਤੀ ਨੇ ਕਿ ਇੱਕ ਸ਼ੂਦਰ ਨੂੰ ਬ੍ਰਾਹਮਣ ਜਾਤ ਵਿੱਚ ਕਰਨਾ, ਕਹਿੰਦੇ ਮੇਰੇ ਵੱਸ ਦੀ ਗੱਲ ਨਹੀਂ। ਇਸ ਮਕਸਦ ਦੇ ਲਈ ਸ਼ੂਦਰ ਨੂੰ ਲੱਖਾਂ ਜਨਮ ਭਟਕਣੇ ਪੈਂਦੇ ਹਨ, ਲੱਖਾਂ ਜਨਮ ਧਾਰਨ ਕਰਨੇ ਪੈਂਦੇ ਹਨ। ਫਿਰ ਵੀ ਤੇਰੀ ਅਰਦਾਸ ਪੂਰੀ ਹੋਵੇ ਜਾਂ ਨਾ ਹੋਵੇ। ਇੱਥੋਂ ਤੱਕ ਜਾਤ ਪਾਤ ਦਾ ਬੋਲ ਬਾਲਾ ਸੀ, ਬਲਕਿ ਮਨੂ ਸਿਮਰਤ ਵਿੱਚ ਇਹ ਗੱਲ ਲਿਖੀ ਹੈ ਕਿ ਜੇ ਸ਼ੂਦਰ ਔਰਤ ਹੋਵੇ, ਮਰਦ ਬ੍ਰਾਹਮਣ ਹੋਵੇ, ਇਸ ਜੋੜੇ ਤੋਂ ਪੈਦਾ ਹੋਣ ਵਾਲੀਆਂ ਲੜਕੀਆਂ ਦੇ ਲੜਕੀਆਂ, ਲੜਕੀਆਂ ਦੇ ਲੜਕੀਆਂ, ਲੜਕੀਆਂ ਦੇ ਲੜਕੀਆਂ ਜਿਸੇ ਤਰੀਕੇ ਨਾਲ ਵਿਆਹ ਕਰਾਏ ਜਾਣ ਤੇ ਸ਼ੂਦਰ ਔਰਤ ਤੇ ਮਰਦ ਬ੍ਰਾਹਮਣ ਨੇ ਪੈਦਾ ਹੋਈ ਸੰਤਾਨ ਸ਼ੂਦਰ ਮਾਂ ਦੇ ਪੇਟ ਤੋਂ ਸੰਪੂਰਨ ਬ੍ਰਾਹਮਣ ਬਣ ਜਾਂਦੀ ਹੈ। ਇਸ ਤਰ੍ਹਾਂ ਦੇ ਧਾਰਮਿਕ ਕਾਨੂੰਨ ਧਾਰਮਿਕ ਬੰਦਿਆਂ ਨੇ ਧਾਰਮਿਕ ਗ੍ਰੰਥਾਂ ਵਿੱਚ ਬਣਾ ਦਿੱਤੇ ਸਨ। ਪਰ ਸਿੱਖ ਕਿਤਨੇ ਖੁਸ਼ਕਿਸਮਤ ਹਨ ਕਿ ਸਿੱਖਾਂ ਨੂੰ ਗੁਰੂ ਦੀ ਜਾਤ ਵਿੱਚ ਸ਼ਾਮਲ ਹੋਣ ਲਈ ਕੋਈ ਲੱਖਾਂ ਜਨਮ ਭਟਕਣੇ ਨਹੀਂ ਪੈਂਦੇ, ਕੋਈ ਲੱਖਾਂ ਜਨਮ ਤਪੱਸਿਆ ਨਹੀਂ ਕਰਨੀ ਪੈਂਦੀ। ਇੱਥੇ ਇੱਕ ਛੋਟੀ ਜਿਹੀ ਸ਼ਰਤ ਹੈ,
वो शर्त की है कि चरण शरण गुरु एक पैंडा जाए चल, सतगुरु कोट पैंडा आगे होई लेत है। यह है सब तो वड्डे भागां वाली गल गुरसिखां दे लई। सतगुरु के जन्मे गवन मिटाया दा मतलब ये है कि सतगुरु दे घर जदों असीं जन्म लै लैंदे आ, जन्म लैण दा भाव खंडे बाटे दा सी, अंम੍ਰਿਤ छक के गुरु पंथ विच शामिल हो जांदे आ, तो उस वक्त साडी जात नास, कर्म नास, कुल नास, किरत नास सब कह दिता जाता है। गुरु रूप पंज प्यारे कहते हैं कि इस तो बाद तुसी खालसे दा खास रूप हो गए हो। अज तो बाद तो असी पिछली जात नास, कर्म नास, कुल नास और किरत नास हो चुके हैं। अज तो बाद तुहाडा बाप कोई तेलू राम, कोई गुल्लू राम, कोई छुल्लू राम, कोई हरी राम, कोई लालचंद, कोई इस तरीके के नाम वाला बंदा नहीं, बल्कि तुहाडा पिता गुरु गोबिंद सिंह महाराज सच्चे पातशाह है। अज तो बाद तुहाडी माता कोई देवी, कोई दुलारी, कोई प्यारी, कोई सितारी, कोई कुमारी नहीं, बल्कि अज तुहाडी माता माता साहब कौर हो गई है। पिछली जात नास, कर्मनास, कुलनास, किरतनास कहलाण तो बाद भी असी बदस्तूर मान, चौहान, कक्कड़, रेखी, सेडी, सोठी, मोठी, भल्ले, पकौड़े पता नहीं की बंदे चले आ रहे हैं। संसार का इतिहास पलोर के देख लवीए कि पूछया सी पैगंबर साहब तो उन्होंने चेलिया ने कि असी तुहाडे चेले बन जाते हाँ तो सानू मिलेगा कि, ते पैगंबर साहब ने कहा सी कि तुसी साडियां भेडां, तुसी कैलेंडर वेख्या होना कि तुसी साडियां भेडां और मैं तुहाडा गडरिया हाँ, ते जब तक भेडां गडरिया के हुक्म विच चलदियां हन, उन्हां नूं जंगल दा कोई बाग, बगियाड़, कुत्ता, बिल्ला उन्हां नूं खा नहीं सकदा। तो मैं तुहाडी इतनी को मदद करांगा कि उन्हां जंगली जानवरां तो तुहाडी रखिया करांगा। चेलियां ने कहा कि अच्छा चलो दूसरे पैगंबर दे कोल चलदे हां। दूसरे पैगंबर पास पहुंचे ते कहंदे हन कि तुसी कहंदे हो कि साडे चेले बन जाओ, तुहानू बड़ा मान और सम्मान मिलेगा, जे तुहाडे चेले बन जाते हैं तो सानू मिलेगा कि। ते दूजे पैगंबर साहब ने कहा से कि जे तुसी साडे चेले बन जाते हो ते मरण तो बाद मैं तुहानू जन्नत की सैर करवांगा, तुहानू सरगां विच लै चलांगा। उत्थे दी सरजमीन हरियावल नाल ढकी हुई है, उत्थे धूरां वर्गी शराब मिलेगी, उत्थे खजूरां वर्गे सुके मेवे मिलणगे और नौजवान सुंदर लड़के और लड़कियां तुहाडी मेहमानबाजी लई हाजिर रहणगे, इसलिए उत्थे ऐश ही ऐश है। पर गुरु प्यार वाले गुरमत विचारधारा ने दृढ़ करवाया कि मोहे हुए जो मुक्त दियोगे मुक्त ना जाने कोयला, जब मरण मुकत किने गत पाई या प्राण जिथा के थिर नहीं, कैसे फिरमाओ बुढ़ मुए नौका मिले को घाई चढ़ाओ। भाई मरण तो बाद किश्ती मिली तो दा की फायदा होया। ये तो जीवदियां जी सतगुरु सच्चे पातशाह ने सानू बड़ा मान और ताण और दिवान दिता है। सतगुरु सच्चे पातशाह ने ना ही सानू स्वर्गां दा लालच दिता है, ना ही नरकां दा भय दिखलाया, ना ही आप गडरिया बने ते ना ही सानू जानवर बनाया। सतगुरु सच्चे पातशाह ने सानू अपना रूप और मान बख्शिया और ऐलानिया ये गल कही कि सेव करे नहीं की भावत और की सेव सुहात ना जी को, दान दयो इन्हीं को भलो आरान को दान लागत नीको, आगे फले नहीं को दियो जग में जिस और दियो सभी को, मोह ग्रह में तनते मनते सिर लो तन है सब ही इन्हीं को। है कोई पैगंबर ऐसा जिसने इतना मान और सम्मान अपने चेलियां नूं दिता होवे? सब तो वड्डे भागां वाले गल गुरसिखां वास्ते की है कि सतगुरु सच्चे पातशाह ने इसनूं ऐसा रहबर बख्शिया, ऐसी रहनुमाई बख्शी कि सानू ऐसे सतगुरु दे चरणी जोड़ दिता जिहड़े गुरबाणियां दसियां निशानियां ते पूरा उतरदा है। याद रखना, संसार दा कोई गुरु, संसार दा कोई पैगंबर, संसार दा कोई भी रहबर संसार विच रहिंदियां होइयां इस पंज भूतक शरीर दे विच रहिंदियां होइयां अपने चेलियां नूं अगवाई नहीं दे सकदा, क्योंकि इस देही नूं रोग लगे हुए हैं। सतगुरु कहंदे जो दिसे सो सो रोगी, रोग रहत मेरा सतगुरु जोगी।
इसनूं काम भी है, इसनूं क्रोध भी है, इसनूं लोभ भी है, इसनूं हंकार भी है, सब कुछ व्यापत है। पर सतगुरु सच्चे पातशाह ने दसिया कि साडा गुरु न काम न क्रोध न लोभ न मोह न रोग न सोग न भोग न भय। गुरु प्यारे ने जरा सोचो, साडे सतगुरु सच्चे पातशाह रहंदी दुनिया तक इन्हां ने अगवाई बख्शनी। अगर कोई साइंसदान श्री गुरु ग्रंथ साहिब जी के चरण परसदा है तो इन्हों ज्ञान हो जाता है कि सृष्टि किवें बनी, सृष्टि कदों बनी, जाए मनुख किवें होंद विच आया। अज गल्लां कह रही है साइंस, पर सतगुरु सच्चे पातशाह ने 500 साल पहला कह दिता कि पाताला पाताल लख आगासा आगास, उड़क उड़क भाल थके वेद कहन इक बात। कहंदे सहस 18 कहन कतेबा असलो इक तात। सतगुरु कहंदे लेखा होए तां लिखिए, लेखा होए विनाश। गुरु नानक पातशाह कहंदे मैं लेखा करन लगा सी, गिणती करन लगदा सी, और गिणती करदे करदे पदम नील शंख ते जाके गिणती खत्म हो गई। सतगुरु सच्चे पातशाह दा मगाध पुरश किहड़ा झले गुरु दियां चालां। सतगुरु सच्चे पातशाह ने जद गिणती खत्म हो गई तो असंख लगा दिता। असंख जप, असंख भाव, असंख पूजा, असंख तपताओ, असंख कह के उस चीज का सिट्टा ही मुका देता है सतगुरु सच्चे पातशाह ने। और सब तो वड्डे भाग गुरसिखां दे क्यों नहीं, सतगुरु सच्चे पातशाह ने इसनूं रहबर ऐसा सानू दिता है कि जिसने इस लोक विच और परलोक विच साडा साथ देना है। इन्हें साडा लोक पहला सफल करना है, उहदे बाद परलोक अपने आप हो जाना है। क्योंकि ऐसे गुरु को बल बल जाइए आप मुक्त मोहे तारे। मुक्त का तो होना भाई, जन्म तो होना, मरण तो भी होना, विकारां तो भी होना, कुकर्मा तो भी होना, काम क्रोध लोभ मोह हंकार निंदा चुगली ईर्खा द्वेष वहमा भरमा कर्म कांडा, इन्हां सारियां चीज़ां तो मुक्त होना चाहिए से गुरु, पर गुरु दे धारी नहीं हो सकता। ऐसे गुरु को बल बल जाइए जो आप मुक्त मोहे तारे। जदों आपां इत्थे आंदे हां, भाई साहब नूं 10 रुपए दिंदे हां, 20 रुपए दिंदे हां या 50 रुपए दिंदे हां, अरदास कराउंदियां कि साडी अरदास कर दो कि बच्चा कनाडा चला जाए, साडी अरदास कर दो कि साडे गोडे ठीक हो जान, साडी अरदास कर दो कि साडा लक ठीक हो जाए, साडी अरदास कर दो कि मन मंगी मुराद सानू मिल जाए। पर गुरु पातशाह इतने सस्ते सौदे नहीं करता। गुरु साहब ते कहंदा है कि विच किसी मीडिएटर दी लोड़ नहीं। और की कहंदे हैं, सारी चीज बिल्कुल क्लियर कर देते कि जी की बिरथा होए सो गुरु पे अरदास कर। साडे अंदर जदों बीमारी होंदी है, असीं डॉक्टर पास जाते हैं तो डॉक्टर पुछदा है तुसीं बीमारी दसदे हो। साडा गुरु साडे तो पुछदा भी नहीं है। तुसीं जिस मानस चित्रण नूं बना के अपने जहन नूं सजा के संवार के इस पावन दरबार दी हाजरियां भरदे हो ना, जद इत्थे मस्तक झुकांदे हो ना, उस तो पहलों जब चरण शरण गुरेक पैंडा जाए चल, की मंगण आया है। अज बच्चे नूं कुछ लोड़ है तो साडे कोल आया है। मेरे को रेहा ना गया, को थोड़ी हासी भी आई कि जहाज खबर है जहाजा का की काम इतने गुरुद्वारियां में। समाप्ति हुई, पाठ की समाप्ति बाद मैं भाई साहब को पूछा, भाई साहब मेरे मन की जिज्ञासा है, उस जिज्ञासा को तुसीं शांत करो। कहंदे दसो। कहंदे कित्थों आयो? मैं कहा मैं लखीमपुर खीरी तो आया। कहंदे की करदे हो? मैं कहा यही करीदा जो तुसीं करदे हो, मैं भी वही करदा। मैं कहा मेरे सवाल का जवाब दो, तुसीं जहाज काहदे वास्ते इत्थे लोगों ने लियाए हुए हैं, क्यों मत्था टेकदे हैं जहाज? कहंदे कि उन्हां दी मन की इच्छा होंदी है, उन्हां दी मन की मनोकामना पूर्ण करन दे वास्ते
ਉਹ ਜਹਾਜ਼ ਚਲਾਉਂਦੇ ਹਨ ਔਰ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਮੈਂ ਇੱਥੇ ਜਹਾਜ਼ ਚਲਾਵਾਂ ਤੇ ਮੇਰਾ ਬੱਚਾ ਕਨਾਡਾ ਚਲਾ ਜਾਏ, ਨਿਊਜ਼ੀਲੈਂਡ ਚਲਾ ਜਾਏ ਜਹਾਜ਼ 'ਚ ਬੈਠ ਕੇ, ਅਫਰੀਕਾ ਚਲਾ ਜਾਏ, ਅਮਰੀਕਾ ਚਲਾ ਜਾਏ ਜਹਾਜ਼ 'ਚ ਬੈਠ ਕੇ। ਇਸ ਕਰਕੇ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਜਹਾਜ਼ ਚਲਾਉਣ ਦਾ। ਗੁਰੂ ਸਾਹਿਬ ਬਖਸ਼ਿਸ਼ ਕਰਨ ਕਿ ਸਾਨੂੰ ਸੱਚ ਔਰ ਕੱਚ ਦੀ ਸਮਝ ਆ ਜਾਏ ਕਿ ਸੱਚ ਕੀ ਹੈ ਔਰ ਕੱਚ ਕੀ ਹੈ। ਆਪਣਾ ਪੁੱਟਿਆ ਹੋਇਆ ਗੁਰੂ ਪਿਆਰ ਵਾਲਿਓ ਇੱਕ ਕਦਮ, ਜੈਸੇ ਅਸੀਂ ਹਸਪਤਾਲਾਂ 'ਚ ਜਾਂਦੇ ਹਾਂ ਨਾ, किसी वाचनालय च जाते हैं, किसी अच्छे शोरूम च जाते हैं, किसी अच्छे विद्यालय जाते हैं, उत्थे एक लाइन लिखी होती है कि आप कैमरे की नज़र में हैं। जर्जी साहब बैठे हैं सुन रहे हैं, उत्थे लाइन एक लिखी होती है कि आप कैमरे की नज़र में हैं। असी बड़ी शालीनता दे नाल सिर दे उत्ते दुपट्टा भी ला लेंदे हैं और बच्चे नूं समझा भी देंदे हैं कि कोई चीज़ छेड़ी ना, इत्थे कैमरे लगे हैं, कोई चीज़ छेड़ी ना। साडे कदम जदों इस पावन स्थान दे उत्ते आउंदे हन ते गुरु साहब ने भी एक कैमरा लगा रखिया तुहाडे उत्ते। तुहाडे बैठण दी स्थिति की है, तुहाडा मन किते किते डोल रहा। कहंदे हन कि मन बेचे सतगुरु के पास। भाई तुसी थोड़ा जिहा बोलिया करो, मैं बहुत ही खुश होंदा हां कि गुरु साहब दी बाणी तुसी मैनू सुणाओगे। मन बेचे, बोलो भाई, मन बेचे सतगुर के पास। वाहिगुरु भला करे, भला करे, है बोल दे। मन बेचे सतगुर के पास ते सेवक के कारज रास। वाहिगुरु भला करे तुहाडा कि सेवक के मन बेचे सतगुर के पास। गुरु प्यार वालियो तुसी पुछ के ते देखो श्री गुरु ग्रंथ साहिब विच ताबिया विच बह के देखो, कते ना समझना कि खाली ताबिया बैठना भाई साहब दा काम है। तुसी आ बैठो, ताबिया बैठो ते गुरु साहब तुहानू कहेगा कि जे को खावे और जे को पुंचे तिसका होए उधारो। ये जबानी जमा खर्च नहीं कि भाई साहब अरदास कर देंगे ते विछड़ी रूह नू सदी उकाल वास्ते तुहाडे चरनां विच निवास बख्श देंगे। इत्थे कोई ऐसा मीडिएटर गुरु साहब ने नहीं पाया, ऐसा कोई टैक्सी स्टैंड नहीं बनाया कि तुहाडे प्रताप, तुहाडे पुन, तुहाडे फल कोई अरदास करके ते तुहानू चले जाण। मैं बड़ा कई बार हैरान होंदा, चलो कि जदों आपां इस पंचभूतक शरीर नू छड्ड के चले जाते हैं और सारी जिंदगी गुरुद्वारे आके मत्था नहीं टेकिया, दर्शन दीदारे नहीं कीते, पर घर वाले कहते हैं तो गुरुद्वारे मत्था टेक लेना चाहिए, मत्था टिका दो। उत्थे आके आपां मत्था भी टिका देंदे हैं ते फिर लोकी ये भी कहते हैं कि लोई पवा दो, इन्हां दे उत्ते लोई पवा दो। गुरु प्यार वालियो जमदियां जी जीते जी जे अपने मां और प्यो नूं सरदे च टुटदे तन दे उत्ते आपां लोई नहीं पवाई, हो सकदा उहदा पजामा भी गंदा होवे, मुश्क आंदी होवे, पजामा भी कदे न बदलिया, उस नवे पजामे और नवे कुर्ते दा और नवी नवी लोइयां दा मेरी समझ च कुछ नहीं आंदा कि उहदा की भाव है। गुरु पातशाह सानू कहंदे हन कि जिन्ने बोलो जिन्ने नाम ध्याया, बोलिया करो, मैं हाथ जोड़ के कह रहा तुहानू बोलिया करो, बोलोगे ना ते तुहाडे अंदर शक्ति मिलेगी गुरु साहब दी। जिन्ने नाम ध्याया, बहुत भला, जिन्ने नाम ध्याया गए मशक्कत काल, फिर की होएगा कि नानक ते मुख उजले केती छुट्टी नाल। हुण आपां सारे चाहते थे हाँ कि गुरु साहब सानू लैण वास्ते आ जा अंतम समय, लेकिन अंत काल जो लक्ष्मी सिमरै ऐसी चिंता में जे मरे, गुरु साहब दस गए ने। अंत काल जो लड़के सिमरे ऐसी चिंता में जे मरे, मैं इससे दसना नहीं चाहता, गुरु साहब दस के गए। अंत काल जो मंदिर सिमरे ऐसी चिंता में जे मरे, गुरु साहब दस के गए हैं। अंतलियां पंक्तां विच गुरु साहब ने बड़ा स्पष्ट किया है, भगत जी की कह गए अंत काल नारायण सिमरे ऐसी चिंता में जे मरे, बदत त्रिलोचन ते नरमुक्ता पीतांबर वाके हृदय वसे। और नारायण का नाम, वाहिगुरु का नाम, परमेश्वर का नाम, राम का नाम तां आएगा जदों अपनी जिंदगी विच रहंदियां उठदियां बैठदियां उस पति परमेश्वर का नाम ते ध्यावांगे ना। कदे नाम जिंदगी च लिया होएगा तो तां ही तो नाम आएगा। ने नाम किहदा आएगा? वो शंटी, वो बंटी, वो गुल्लू, वो परविंदर, वो जसविंदर।
क्योंकि असी बच्चों नाल हमेशा सारी जिंदगी गलतान रहे हैं, वो नाम सानू याद आना। जे पति परमेश्वर नूं असी याद किया होंदा जिंदगी विच, तो वो सानू नाम याद रहेगा कि वो धनवंत कुलवंत पतवंत जीवन मुक्त जिस हृदय धनवंत। गुरु साहब बड़े खुश होंदे हन और कहते हैं कि जिन्नी नाम ते आया गए मशक्कत काल उन्हां दी मेहनत थावे पैगी। बाकी सारे काम करने मुबारक है। तुसी बच्चियां दी प्रतिपालना करनी है, अच्छे स्कूलों में पढ़ाना है। एक गोल्डन फ्लावर स्कूल मैं बड़ा नाम सुनिया, मेरा बेटा भी कह रहा सी कि पापा ये स्कूल तो बड़ा मशहूर है। मैंने कहा सी ये मशहूर स्कूल च मशहूर बंदे भी आ गए हैं। कहता हसन लगा, कहता अच्छा पापा तो स्कूल अंदरों देखांगे। मैं कहा बिल्कुल देखो, इसकी शिक्षा लो। गुरु साहब ने भी कहा न बलिहारी पूरी अपने दिवहाड़ी सदवार जिन मानस ते देवते किए करत ना लागी वार। जे 100 चंदा उगवे सूरज चढ़े हजार, इते चानन होंदियां गुरबिन घोर अंधार। गुरु तो बिना साडी गत पूछण वाला कोई नहीं। सतगुर सच्चे पातशाह भला करे। तुसी वाहिगुरू वाहिगुरू उठदे बैठदे सोंदे जागदे। देखो सानू किसी किस्म की कोई हिदायत नहीं है। तुसी मैं कह रहे कच्छा बनान पा के वाहिगुरू वाहिगुरू कर देना की दिक्कत है? तुहाडा जुस्सा सही नहीं है तो तुसी लेट के पाठ कर लो। कौन मना करता है कि तुहानू तुसी लेट के पाठ ना करो? असी अपने प्यो नाल गल करदे हां, कई बारी लेट के गल करदे हां कि पिता जी पानी का गिलास जरा पकड़ा दिओ, पिताजी दुकान की चाबी आ गई, पिताजी ये काम हो गया या नहीं हो गया। तो पिता किहड़ा नाराज होता साडे ते? एक सवाल के जवाब में मैं उसका जवाब दे रहा। किसी ने मेरे नाल सवाल किया कि मेरी तबीयत खराब सी, मेरा जुस्सा काम नहीं कर रहा, इस करके मैं पाठ नहीं किया। तुहानू भुख लगती है, तुसी रोटी खांदे हो। आत्मा की आवाज सुनो। आत्मा की आवाज 84 लाख जूना तो भुखी बैठी जे, उसकी आवाज तुसी नहीं सुन रहे। अपने शरीर की आवाज सुनी। कई बार सफर करके आप आते हैं तो महसूस होता कि बड़ा थकेवा हो गया। उस थकेवा च मन नहीं करता। जनानी तुहानू कहती ऐसे करके कि अज रोटी नहीं बननी भाई, अज या तो होटल तो ले आओ, कोई नूडल्स ले आओ, कोई बर्गर ले आओ, कोई पिज़्ज़ा ले आओ, कोई पराठा ले आओ, कोई फल ले आओ। तुसी कहना मन के वो चीज़ लियादे हो क्योंकि तुहाडे शरीर की जरूरत है। सानू शरीर की तौर पर भुख लगी है। वो सेब खा लेंदे हो, कदे संतरा खाते, कदे केला खा लेंदे हो, कदे बर्गर पिज़्ज़ा नूडल्स वगैरह खा के अपने शरीर की उधर की पूर्ति करते हो। पर कदे अपने तन के अंदर बैठी वाहिगुरू की जिहड़ी आत्मा है ना, उसकी आवाज सुनी कि चलांगे उठा नाम जप, अमृत वेले उठ, अमृत वेला सच नाओ वडियाई विचार। एक साइंस मास्टर साहब बच्चे नूं पढ़ा रहे सन। कुदरती एहो टॉपिक चलिया हुआ से कि बच्चों अमृत वेले उठना चाहिए, क्योंकि शरीर विच परमात्मा ने 2 नासां दित्तियां हुई हैं। और अमृत वेले दोनों नासां कम कर दियां। उस तो बाद एक नास कम करती है। अमृत वेले शुद्ध वातावरण होता है, सारा संसार घरोड़े मार के सौ रहा होता है। पर तुसी अगर पति परमेश्वर का नाम लवोगे तो निश्चित तौर दे नाल साडा जिहड़ा पति परमेश्वर है, परमात्मा है, वो ऐसे तुहाडे सिर दे उत्ते हत्थ रख के तुहानू महसूस होएगा। जदों तुसी पाठ करोगे बलिहारी कुदरत तवस्या तेरा अंत न जाई लखिया, ओ धनवंत कुलवंत पतवंत, ये सारिया पंक्तियां जप जाप जपजी साहब जाप साहब सवैये, ये सारिया चीज़ां पढ़ोगे तो तुहानू सब कुछ समझ आ जाएगा। गुरु गोबिंद सिंह महाराज सच्चे पातशाह के नाल बातां हो रही, सारा संसार सुत्ता होया, सौण दिओ, लेकिन तुसी जागो, गुरु साहब दे नाल गल्लां करो। सारी कायनात भावें सुत्ती होवे पर तुसी जागो, चलांगे उठार नाम जप, पिन्नी रैनड़िए चमकन तारे, जागो संत जना मेरे रहन प्यारे। सतगुर सच्चे पातशाह तुहानू बांह तो फड़ के अमृत वेले उठांदा है। तुसी उठना चाहो ते तां, जे रजाई नहीं छड्डना चाहो ते अमृत वेला फिर चला जाएगा। अमृत वेला सच नाओ वडियाई विचार, वो गल्लां फिर साडे झूठियां ही पै जाणगियां।
ਤੁਸੀਂ ਇਸ ਪਾਵਨ ਦਰਬਾਰ ਦੀਆਂ ਜਦੋਂ ਹਾਜ਼ਰੀਆਂ ਭਰਦੇ ਹੋ, ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਸਾਡੇ ਜੀਵਨ 'ਚ ਸਾਡੀ ਰਿਕੁਆਇਰਮੈਂਟ ਕੀ ਹੈ। ਉਹ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਉਹ ਸਭ ਕੁਝ ਜਾਣਦਾ ਹੈ। ਜਿਸ ਤਰੀਕੇ ਦੇ ਨਾਲ ਅਸੀਂ ਵਾਈਟ ਪੇਪਰ ਲੈ ਕੇ ਉਹਦੇ ਉੱਪਰ ਸਟੰਪ ਲਗਾਉਂਦੇ ਹਾਂ, ਔਰ ਇਸ ਸਟੈਂਪ ਨੂੰ ਕਦੇ ਧਿਆਨ ਨਾਲ ਦੇਖੋ ਤਾਂ ਉਹਦੀ ਜਿਹੜੀ ਲੈਂਗੁਏਜ ਲਿਖੀ ਹੁੰਦੀ ਹੈ ਪੁੱਠੀ ਲਿਖੀ ਹੁੰਦੀ ਹੈ, ਸਮਝ ਨਹੀਂ ਆਉਂਦੀ ਕਿ ਉਹਦੇ 'ਚ ਕੀ ਲਿਖਿਆ ਹੋਇਆ ਕੀ ਨਹੀਂ ਲਿਖਿਆ ਹੁੰਦਾ। ਲੇਕਿਨ ਉਹ ਸਟੰਪ ਜਦੋਂ ਪੇਪਰ ਵਾਈਟ ਪੇਪਰ ਦੇ ਉੱਪਰ ਲੱਗਦਾ ਹੈ ਤੇ ਪੂਰੀ ਗੱਲ ਸਮਝ ਆ ਜਾਂਦੀ ਕਿ ਇਹਦੇ ਉੱਤੇ ਕੀ ਲਿਖਿਆ ਹੈ, ਪ੍ਰਿੰਸੀਪਲ ਲਿਖਿਆ ਹੈ ਕਿ ਪ੍ਰਬੰਧਕ ਲਿਖਿਆ ਹੈ ਕਿ ਕਿਹੜੇ ਵਿਦਿਆਲੇ ਦਾ ਨਾਮ ਲਿਖਿਆ ਹੈ ਵਗੈਰਾ ਵਗੈਰਾ। ਉਹ ਸਾਰੀ ਚੀਜ਼ ਸਮਝ ਆਉਂਦੀ ਹੈ ਕਿਉਂਕਿ ਉਹ ਸਟੈਂਪ ਪੇਪਰ ਦੇ ਉੱਤੇ ਝੁਕਿਆ। ਹੁਣ ਤੁਸੀਂ ਇੱਥੇ ਆ ਕੇ ਨਮਰਤਾ ਸਹਿਤ ਬੜੇ ਪਿਆਰ ਅਕੀਦੇ ਔਰ ਤਨ ਮਨ ਦੇ ਨਾਲ ਇੱਥੇ ਆ ਕੇ ਮੱਥਾ ਟੇਕੋਗੇ ਨਾ ਤੇ ਸਾਡੇ ਜਿਹੜੇ ਇਹ ਮਸਤਕ ਦੇ ਜਿਹੜੇ ਲੇਖ ਲਿਖੇ ਹੋਏ ਪੁੱਠੇ ਜਿਹੜੇ ਆਪ ਅਸਾਂ ਬੀਜੇ ਹਨ, ਜਿਹੜਾ ਬੀਜਿਆ ਹੈ ਨਾ ਉਹੀ ਮਿਲਿਆ ਸਾਨੂੰ, ਤੇ ਜਿਹੜੇ ਆਪ ਅਸੀਂ ਕੁਝ ਬੀਜਿਆ ਹੈ ਉਹ ਸਾਨੂੰ ਮਿਲੇਗਾ। ਇੱਥੇ ਆ ਕੇ ਮੱਥੇ ਟੇਕੋਗੇ ਤੇ ਜਿਹੜੇ ਸਾਡੇ ਪੁੱਠੇ ਕਰਮ ਵੀ ਹਨ ਉਹ ਵੀ ਸਿੱਧੇ ਹੋ ਜਾਣਗੇ। ਕਹਿੰਦੇ ਹੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰ ਸੱਚੇ ਪਾਤਸ਼ਾਹ ਤੁਹਾਡਾ ਔਰ ਸਾਡਿਆਂ ਸਾਰਿਆਂ ਦਾ ਭਲਾ ਕਰੇ। ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀ ਨੇ, ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀ ਨੇ, ਤੈਸਾ ਪੁਨ ਸਿੱਖੋ ਇੱਕ ਸ਼ਬਦ ਸਿਖਾਏਗਾ। ਕਿ ਜੈਸੇ ਸੱਤ ਮੰਦਰ ਸੋਨੇ ਦੇ ਉਸਾਰਨ ਦੇਣ ਦਾ ਜੋ ਮਹੱਤਵ ਹੈ, ਉਹ ਅੱਜ ਮਾਤਾ ਜੀ ਨੇ ਸਾਰੇ ਮੰਗਟ ਪਰਿਵਾਰ ਨੇ ਉਸ ਚੀਜ਼ ਨੂੰ ਪੂਰਾ ਕੀਤਾ ਹੈ, ਫੁੱਲਫਿਲ ਕੀਤਾ ਹੈ। ਕਿ ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀ ਨੇ, ਤੈਸਾ ਪੁਨ ਸਿੱਖੋ ਇੱਕ ਸ਼ਬਦ ਸਿਖਾਏਗਾ। ਮੈਂ ਸਮਝਦਾ ਹਾਂ ਕਿ ਤੁਹਾਡੀ ਸਾਰਿਆਂ ਦੀ ਬਿਰਤੀ ਇਸ ਕਥਾ ਦੀ ਤਰਫ ਲੱਗੀ ਹੋਈ ਹੈ। ਗੁਰਬਾਣੀ ਦੀ ਤੁਕਾਂ ਨੂੰ ਤੁਸੀਂ ਸਮਝ ਰਹੇ ਹੋ, ਸੁਣ ਰਹੇ ਹੋ, ਕਿਉਂਕਿ ਉੱਥੇ ਦੀ ਵਾਈਬ੍ਰੇਸ਼ਨ ਚੇਂਜ ਹੋ ਕੇ ਮੇਰੇ ਕੋਲ ਪਹੁੰਚ ਰਹੀ ਹੈ। ਜੇ ਵਾਈਬ੍ਰੇਸ਼ਨ ਗੜਬੜ ਸਲਬੜ ਵਾਲੀ ਵਾਈਬ੍ਰੇਸ਼ਨ ਹੁੰਦੀ ਤੇ ਤੁਸੀਂ ਇੱਥੇ ਫਿਰ ਹੁਣ ਗੱਲਾਂ ਮਾਰ ਰਹੇ ਹੁੰਦੇ, ਇੱਕ ਦੂਸਰੇ ਦੀ ਗੱਲਾਂ ਹੀ ਕਰ ਰਹੇ ਹੁੰਦੇ, ਪਰ ਵਾਈਬ੍ਰੇਸ਼ਨ ਬਹੁਤ ਸੋਹਣੀ ਆ ਰਹੀ ਹੈ। ਸਤਿਗੁਰ ਸੱਚੇ ਪਾਤਸ਼ਾਹ ਭਲਾ ਕਰਨ ਕਿ ਸਾਡਾ ਪੁੱਟਿਆ ਹੋਇਆ ਕਦਮ ਉਸ ਕੈਮਰੇ ਦੀ ਨਜ਼ਰ ਵਿੱਚ ਸਹੀ ਆਵੇ। ਕਿ ਸਾਡਾ ਪੁੱਟਿਆ ਹੋਇਆ ਜਿਹੜਾ ਕਦਮ ਹੈ ਉਹ ਸਾਡਾ ਭਵਿੱਖ ਨਿਰਧਾਰਿਤ ਕਰਦਾ ਹੈ, ਔਰ ਸਾਡਾ ਭਵਿੱਖ ਸਾਡਾ ਅਗਲਾ ਜਨਮ ਨਿਰਧਾਰਿਤ ਕਰਦਾ ਹੈ, ਔਰ ਸਾਡਾ ਅਗਲਾ ਜਨਮ ਕਿ ਅਸੀਂ ਕਿਸ ਰਾਹੇ ਪੈਣਾ ਹੈ। ਜਾ ਕੇ ਦੇਖੋ ਨਾ ਹਸਪਤਾਲਾਂ ਵਿੱਚ ਕੀ ਹਾਲ ਹੈ ਮਰੀਜ਼ਾਂ ਦੀ, ਹਾਏ 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 ਕਰਦੇ ਹਨ। ਦੇਖੋ ਨਾ ਜਿਹੜਾ ਘੋੜਾ ਤਾਂਗੇ ਦੇ ਨਾਲ ਲੱਗਿਆ ਹੋਇਆ ਹੈ, ਆ ਬਿਨਾਂ ਗੱਲ ਦੇ ਉਹਨੂੰ 50 ਅੰਟਰ ਪੈਂਦੇ ਨੇ ਰਸਤੇ ਵਿੱਚ। ਦੇਖੋ ਕਿਤਨੇ ਨਰਕਾਂ ਵਿੱਚ ਪਿਆ ਹੋਇਆ। ਦੇਖੋ ਨਾ ਜਿਨ੍ਹਾਂ ਦੀ ਜਾਨਵਰਾਂ ਦੀ ਹੱਤਿਆ ਹੋ ਰਹੀ ਹੈ, ਉਹਨਾਂ ਦਾ ਦੋਸ਼ ਕੀ ਹੈ। ਔਰ ਦੇਖੋ ਨਾ ਉਹ ਉਹਨਾਂ ਦਾ ਜਿਹੜੇ ਇਸ ਮਖਮਲੀ ਕਾਲੀਨਾਂ ਵਿੱਚ ਬੈਠੇ ਹੋਏ ਹਨ, ਗੁਰੂ ਸਾਹਿਬ ਦਾ ਜਸ ਗਾਇਨ ਕਰਕੇ ਆਪਣਾ ਔਰ ਆਪਣੇ ਜੀਵਨ ਦਾ ਸਫਲਾ ਕਦਮ ਭਵਿੱਖ ਸਫਲਾ ਕਰ ਰਹੇ ਹਨ। ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦਾ ਵੀ ਭਲਾ ਕਰੇ। ਆਈ ਹੋਈ ਸਮੂਹ ਸਾਧ ਸੰਗਤ ਦੀਆਂ ਹਾਜ਼ਰੀਆਂ ਸੱਚੇ ਪਾਤਸ਼ਾਹ ਪ੍ਰਵਾਨ ਕਰਨ। ਮੈਨੂੰ ਲੱਗਦਾ ਹੈ ਕਿ ਦਿੱਤਾ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਤੁਹਾਡਾ ਔਰ ਸਾਡਿਆਂ ਦਾ ਸਾਰਿਆਂ ਦਾ ਭਲਾ ਕਰਨ। ਦੇਖੋ ਮੈਂ ਇੱਥੇ ਕੁਝ ਸਿੱਖਣ ਆਇਆ ਤੁਹਾਡੇ ਕੋਲ। ਐਸਾ ਨਹੀਂ ਕੋਈ ਮੇਰਾ ਮਾਸਟਰ ਲੱਗਿਆ ਹੋਇਆ ਪਿੱਛੇ ਤੇ ਕੋਈ ਮੈਨੂੰ ਸਮਝਾ ਰਿਹਾ, ਕੋਈ ਦੱਸ ਰਿਹਾ, ਕੋਈ ਕੈਸਟ ਲੱਗੀ ਹੈ। ਤੁਹਾਡੇ ਕੋਲ ਕੁਝ ਸਿੱਖਣਾ ਹੈ, ਉਹ ਤੁਹਾਨੂੰ ਵਾਪਸ ਦੇ ਦੇਣਾ। ਮੈਂ ਜਦੋਂ ਇੱਥੇ ਪਹੁੰਚਿਆ, ਇੱਥੇ ਕਦਮ ਰੱਖੇ ਹਨ, ਮੈਂ ਨਹੀਂ ਜਾਣਦਾ ਸਕੂਲ ਦੇ ਪ੍ਰਬੰਧਕ ਕਿਹੜੇ ਸਨ ਔਰ ਕਿਹੜੇ ਨਹੀਂ ਸਨ, ਪਰ ਦੋਨੋਂ ਹੱਥ ਜੋੜ ਕੇ ਜਦੋਂ ਉਹਨਾਂ ਨੇ ਸਾਰਿਆਂ ਨੇ ਫਤਿਹ ਬੁਲਾਈ ਹੈ, ਮਨ ਬੜਾ ਪ੍ਰਸੰਨ ਹੋਇਆ ਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਬਹੁਤ ਬਰਕਤਾਂ ਇਹਨਾਂ ਦੇ ਉੱਤੇ ਹਨ। ਦਰਸ਼ਨ ਦਿਦਾਰੇ ਹੋਏ ਜਿਸ ਸ਼ਾਲੀਨਤਾ ਦੇ ਨਾਲ ਲੋਕਾਂ ਨੇ ਮੱਥਾ ਟੇਕਿਆ ਹੈ, ਬਹੁਤ ਮਨ ਪ੍ਰਸੰਨ ਹੋਇਆ ਹੈ। ਆਪ ਰੱਬ ਰੂਪੀ ਸੰਗਤਾਂ ਦੇ ਜਿਹੜੇ ਦਰਸ਼ਨ ਕੀਤੇ ਹਨ, ਬਹੁਤ ਹੀ ਮਨ ਪ੍ਰਸੰਨ ਹੋਇਆ। ਮੁੱਖ ਵਿੱਚੋਂ ਇੱਕ ਗੱਲ ਨਿਕਲਦੀ ਹੈ ਕਿ ਸੱਚੇ ਪਾਤਸ਼ਾਹ ਤੁਹਾਡੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਇਹ ਸਾਡੀਆਂ ਸੰਗਤਾਂ ਕੁਝ ਤੁਹਾਡੇ ਦਰਸ਼ਨ ਦਿਦਾਰੇ ਵਿੱਚ ਆਈਆਂ ਹਨ। ਸੱਚੇ ਪਾਤਸ਼ਾਹ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰੋ। ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਸਾਡੇ ਤੇ ਉਤ ਹੋਏਗੀ ਤੇ ਬਿਨਾਂ ਮੰਗੇ ਸਾਡੀਆਂ ਅਰਦਾਸਾਂ ਪ੍ਰਵਾਨ ਹੋ ਜਾਣਗੀਆਂ।
पर असीं ते रब नूं खिडौना समझिया होया। ਅਸੀਂ ਸੋਚਦੇ ਹਾਂ 10-20 ਰੁਪਏ ਭਾਈ ਸਾਹਿਬ ਨੂੰ ਦੇ ਕੇ ਖੁਸ਼ੀਆਂ ਪ੍ਰਾਪਤ ਕਰ ਲਾਂਗੇ। ਅਸੀਂ ਸੋਚਿਆ ਕਿ ਕੇਵਲ ਔਰ ਕੇਵਲ ਮੱਥੇ ਟੇਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਾਂਗੇ, ਪਰ ਐਸਾ ਨਹੀਂ। 20 बिस्वे गुर का मन माने, सो सेवक, बोलो, सो सेवक परमेश्वर की गति जाने। इत्थे आके तन मन धन सब सौंप देना है गुरु साहब नूं। जैसे जल में कमल निरालम, मुरगाई निशाने, सुरत शब्द भव सागर तरीए, नानक नाम बखाने। असी गुरु नूं मजाक ना समझिए। गुरु सब कुछ जानता है, तुहाडे अंदर की चल रहा है, घरों कदम पुट्टिया वो जान रहा है। अगला जन्म तुहाडा निर्धारित हो रहा है, कैमरा लग्या साडे उत्ते, पर गुरु साहब नूं असी कई बारी खिडौना जान लिया। आओ एक शब्द पढ़ते हैं। और तुसीं साडियां भैणां हो, मातावां हो, साडे सामने बैठे हैं, साडे बुजुर्ग, साडे वीर बैठे हैं। मैं हथ जोड़ के एक अपील करना चाहता कि मेरी अरदास नूं प्रवान करना और पीछे बोलना जरूर। माथे तिलक हथ माला बाना, माथे तिलक हथ माला बाना, लोगन राम खिलौना जाना, लोगन राम खिलौना जाना। माथे तिलक, भाई कस के बोलो, जैसे अपनी जनानियां दे नाल बोलते हो तुसीं लोग, जनानी आदमी दे नाल बोलते, कस के बोलो, कस के प्लीज। माथे तिलक हथ माला बाना, माथे तिलक हथ माला बाना, लोगन राम खिलौना जाना, लोगन राम खिलौना जाना। माथे तिलक, लोगन राम खिलौना जाना, लोगन राम खिलौना जाना। लोगन राम खिलौना जाना, लोगन राम खिलौना जाना। माथे तिलक हथ माला बाना, लोगन राम खिलौना जाना। माथे तिलक हथ माला बाना, लोगन राम खिलौना जाना। देखो, शरीर एक किश्ती दुनियाई है और किश्ती दुनियाई शरीर भवसागर तो पार करने लगी मिलिया है। इसलिए जब तक शरीर ठीक ठाक है उदों तक शरीर और आत्मा दोनों तंदुरुस्त रहते हैं। पर जे कबीर साहब कहते हैं कि कबीर बेड़ा जर्जरा फूटे 6000, कहते हरुए हरुए तिरगे डूबे जिन सिर भार। ਇਹਦੇ ਵਿੱਚ ਹਜ਼ਾਰਾਂ ਹੀ ਵਿਕਾਰਾਂ ਦੇ ਛੇਕ ਹਨ। ਫਿਰ ਇਸ ਤਰ੍ਹਾਂ ਇਹ ਭਵਸਾਗਰ ਪਾਰ ਨਹੀਂ ਕੀਤਾ ਜਾ ਸਕਣਾ। ਭਵਸਾਗਰ ਪਾਰ ਕਰਨ ਦੇ ਲਈ ਸਾਨੂੰ ਗੁਰੂ ਦਾ ਓਟ ਔਰ ਗੁਰੂ ਦਾ ਆਸਰਾ ਲੈਣਾ ਹੈ। ਇਸ ਲਈ ਗੁਰੂ ਪਾਤਸ਼ਾਹ ਨੇ ਪਾਬੰਦੀ ਲਾਈ ਕਿ ਧਰਮੀਆਂ ਵਾਸਤੇ ਜ਼ਰੂਰੀ ਨਹੀਂ ਕਿ न चंगा खाओ न चंगा पहनो न चंगी रहाइश रखो। वेलड़ो के एकाकी और उदासी जा जीवन व्यतीत करो। इंसान की जीवन जांच ये नहीं सिखाते। 48,000 किलोमीटर का सफर किया है गुरु नानक देव महाराज सच्चे पातशाह ने और जगत का उद्धार करदे होया जगत गुरु गुरु नानक पातशाह सुमेर पर्वत की चोटी ते पहुंचे। उत्थे सिद्धा नाल विचार गोष्ठी विचार चर्चा हुई है ते गुरु नानक देव जी ने अपना मत स्पष्ट करदे होया सिद्धा नूं आख्या कि सिद्धो तुहानूं एक गल
समझ लैनी चाहिए, तुहानूं सीधे रस्ते ते आ जाना चाहिए। क्योंकि इंसान के जीवन जुगत ये नहीं सिखाती घर छड्डो, बार छड्डो, नौकरी छड्डो, जमीन छड्डो, जायदाद छड्डो, वेलड़ होकर एकाकी और उदासी जा जीवन बतीत करते हो। कहते इंसान के जीवन जुगत ये नहीं सिखाती, और इंसान की जीवन जुगत ये नहीं सिखाती कि भगवे पहनो, देश देशांतरां दे रटन भ्रमण करो, न चंगा खाओ, न चंगा पहनो, न चंगी रहाइश रखो, वेलड़ होके मंग के रोटी खाओ, कदे खाओ कदे गुजारा न करो, कदे भुखे ही सौ जाओ। इंसान की जीवन जुगत ये नहीं सिखाती। और जियों ही ये पावन बचन गुरु नानक देव महाराज ने सिद्धां नूं कहा, अगों सिद्ध बोल उठे कि सच्चे पातशाह इस गल की समझ नहीं लगी। एक पासे तुसीं कहंदे हो कि भगवे पहनण की लोड़ नहीं, देश देशांतरां दे रटन भ्रमण की लोड़ नहीं, घर बार त्यागण की लोड़ नहीं, वो सब कुछ तुसीं क्यों कीता? वो सवाल जवाब सिद्ध गोष्ठ की बाणी विच दर्ज हैं। गुरु नानक पातशाह तो सिद्ध पुछते हैं, किस कारण कृत जी उदासी, किस कारण भेक निवासी, किस वखर के तुम मर जा रहे, क्यों कर साथ लंघाऊ पारे। ते गुरु नानक पातशाह का जवाब सी कि गुरमुख कोजत भय उदासी, दर्शन के ताई भेक निवासी, साच वखर के हम मर जा रहे, नानक गुरमुख उतर सुपारे। बई मैं उन्होंने गुरमुखा नूं लभण दे लई संसार ते चढ़िया, क्योंकि कोई गुरमुख पाक पटन की धरती ते बैठ के अपना राग अलाप रहा सी, कोई गुरमुख भगत सदना जी का रूप धारण करके सिंध की धरती ते बैठ के अपना राग अलाप रहा सी, और कोई भगत भीखण जी का रूप धारण करके लखनऊ की धरती ते बैठ के अपना राग अलाप रहा सी, कोई भगत रामानंद जी, भगत रविदास जी, भगत कबीर जी का रूप धारण करके बनास की धरती ते बैठ के अपना राग अलाप रहा सी। कहते तुसीं साडे कोल पुछदे हो, मैं उन्हें सारे महापुरखों को एक प्लेटफार्म पर एकत्रित करना है। जैसे तुसीं सारे बैठे हो ना, ऐसा ही प्लेटफार्म गुरु नानक पातशाह का तैयार किया प्लेटफार्म है। एक प्लेटफार्म पर एकत्रित करना है, एक प्लेटफार्म पर एकत्रित करके मानवता के अंदरले और बाहरले दुश्मनों का टाकरा करने के लिए संसार ते चढ़िया। क्योंकि इस देही अंदर पंज चोर बसे। बोलो, इस देही अंदर पंज चोर बसे। कौन है? काम क्रोध लोभ मोह हंकारा, करदे की ने अमृत लूटे, मनमुख नहीं बूझे, कोई ना सुने पुकारा। अमृत लुट रहे हैं और मनमुखा इस गल की समझ नहीं लग रही। मैं उन्हें सारे महापुरखों को प्लेटफार्म पर एकत्रित करके मानवता के अंदरले और बाहरले दुश्मन का टाकरा करने के लिए ग्रंथ की संपादना करनी है। और 239 साल सतगुरु सच्चे पातशाह ने पहले जामे तो लाके 10वें जामे तक लगाए, और नायाब ग्रंथ गुरु ग्रंथ साहब जी महाराज तैयार किए, और केवल सिख वास्ते नहीं, सारी कायनात के वास्ते तैयार किया, और लिख दिता कि जे को खावे जे को पुंचे तिसका होए उधारो। बहुत खुशी होती है कि जब महसूस होता है अपने ग्रंथों को पढ़ के, ते भावें कोई मेरी भैन आके बह जाए, भावें मेरी कोई माता बैठ जाए, कोई रोक टोक नहीं है। गुरुद्वारे च जिस अदब के नाल तुसीं बैठे, उस अदब के नाल मेरी भैन बैठियां। पर साउथ के जितने भी मंदिर हैं, इंदिरा गांधी बहुत परेशानी दे नाल वापस आई, क्योंकि उत्थे दे मंदिरां दे दर्शन दीदारे नहीं करन दिते गए। तुसीं लोग बहुत भागशाली हो कि तुहानूं इस पावन स्थान के दर्शन करन दा उद्यम उपराला गुरु नानक पातशाह ने दिता है। तुसीं मसीह च नहीं जा सकदियां, इस्त्रियां नमाज नहीं अदा कर सकदियां। कितने भागां वाले हैं। सब तो बड़े भाग साडे इस वास्ते कि साडे गुरु ने सानू ऐसी रहबर दी, ऐसी रहनुमाई दी कि जिहड़ा हर वक्त साडे नाल है। मिसाल के तौर पर मैं लखीमपुर तो चलिया, सामने सतगुरु सच्चे पातशाह प्रकाशमान होके साडे परिवार को दर्शन दीदारे दे रहा सी। उसदे बाद असीं गुरुद्वारे के मत्था टेकिया ते देखिया कि धन गुरु ग्रंथ साहब महाराज प्रकाशमान होके सर्वलोकाई दा भला कर रहे हैं। उसके बाद गड्डी बैठे, गड्डी कैसेट की आवाज आ रही सी, मोबाइल चल रहा सी।
कदे शब्द रूप विच, कदे कैसेट रूप विच, कदे मोबाइल विच। बाणी गुरु, गुरु है बाणी विच, बाणी अमृत सारे। गुरु पातशाह दे दर्शन दीदारे हो रहे सन। मन बड़ा पुलकित हो रहा सी, वाहिगुरु वाहिगुरु निकल रहा सी। अगे आए, दौदापुर पिया, मालपुर पिया, गुरु दे होर दर्शन दीदारे करदे हैं। बहुत सारे गुरुद्वारे पे निशान साहब झुलदा सी, दिखाई पै रहा सी कि सिखा घबराई ना, जे तेरे अंदर किसी चीज की मंग है, जे तेरे अंदर कोई थकेवा है, जे तेरे अंदर भुख लगी है, ते आगे आत्मिक और शारीरिक भुख मिटाण दे वास्ते गुरुद्वारा गुरु का स्थान है, आके दर्शन दीदारे कर ले। और चलदियां चलदियां तुहाडे दर्शन दीदारियां करदियां होए इस गोल्डन फ्लावर प्रांगण दे विच पहुंचिया। और प्रतख नूं प्रमाण की लोड़ नहीं, गुरु मेरे संग सदा है नाले, सामने सतगुरु सच्चे पातशाह प्रकाशमान ने। और मैं इथों जहाज लैके किते मर्जी उड़ जावां, चीन, अमेरिका, जापान, हालैंड, इंग्लैंड, पोलैंड, थाईलैंड, नीदरलैंड, स्विट्जरलैंड, और जिथे साडे सिख भाई होणगे, साडा गुरु साडा उत्ते भी हाजिर होएगा। मैं उम्मीद करदा सी कि तुसीं जगारा छड्डोगे, ते जगारा सत श्री अकाल। गुरु पातशाह भला करे। एक माइया सत श्री अकाल। भाई साहब सहज तारी बंदे ने देखो क्या क्या तुहानू मिसाल पेश की, जितना लंबा उच्चा। वाहिगुरू वाहिगुरू। सत श्री अकाल। उठ पंथ खालसा होश में आ, उठ पंथ खालसा होश में, और नब्ज पहचान जमाने की। या हर कोई अपने दांव पे सच बात कहूं मन भाने की, ये जोश पंथ मदहोश न हो। गैरों ने तेरा घर लूट लिया और लंपट चोर लुटेरों को रखा कसरत हाथ दिखाने की। जब शेर से जंगल खाली हो, जब सोया शाहे जंगल हो, तब लगड़े लूंबड़ गिदड़ों को सूझे ऐंठ जमाने की। और जो तेरा गुरु चुराते हैं, नकली गुरदास बनाते हैं, उन सब दुर्व्यवहारी दुष्टों को रखरत हाथ दिखाने की। बस एक दुहाई देनी थी और कड़वा वचन निभाना था, माने तू या ना माने हमें गृहस्थी तुम्हें सुनाने की। माने तू या ना माने हमें गृहस्थी तुम्हें सुनाने की। माने तू या ना माने हमें गृहस्थी तुम्हें सुनाने की। गुरु नानक दा घर है दुखियां दा आशियाना, गुरु नानक दा घर है दुखियां दा आशियाना। मेहरा मुहब्बतां दा भरिया पिया है खजाना। पैंदा है झुकना इत्थे राजे ते राणियां नूं, मिलदा है माण इत्थे नीवे निमाणियां नूं। नांगा दी आत्मा नूं पैणे सरूर इत्थे, कालख दिलां दी धोवे नानक दा नूर इत्थे। कालख दिलां दी धोवे नानक दा नूर इत्थे। गांधी वाग नहीं चरखे चलाए असी, गांधी वाग नहीं चरखे चलाए असी। अरे आप चरखड़ियां ते चढ़े होए हां, सिर दे के जिथे दी फीस लगदी असी उन्हां स्कूलां च पढ़े होए हां। नहीं मक्कार देश दे गद्दार, असी लहू नाल लाइयां तारियां ने। सानू एवें लोकी सरदार नहीं कहंदे, सिर दे के लईयां सरदारियां ने, सिर दे के लईयां सरदारियां। सत श्री अकाल। सतगुरु सच्चे पातशाह तुहाडा भी भला करन, सतगुरु सच्चे पातशाह साडा भी भला करन। बहुत ही आनंद आया, बहुत ही खुशी हुई कि जदों रब रूपियां संगतां जिन्हों प्रणाम करन दा मेरा मन करता है कि बहुत ही शालीना और अदब दे नाल गुरु ग्रंथ साहब जी का सत्कार करदे होए पलथी पीर के चौकड़ा मार के इत्थे बैठे हैं। ये सच जानियो एक एक मिनट, एक एक घड़ी, एक एक पल तुहाडा जाई नहीं गया। और गुरु साहब दे लेखे लग्या, जिहड़ा कैमरा साडे उत्ते लग्या है, उस कैमरे दे नजर तुसीं सारे लोग आ गए हो। तुहाडा ही लोक सुखीए और परलोक सुहेले हो गया है। नानक हर प्रभापे मिले बेअंत भुल्लां चुकां दी खिमा करनी। सतगुरु सच्चे पातशाह जे दिते हुए नारे ने एक बार फिर बुलंद करिए। भुल्लां चुकां साडियां हन। एक बार फिर कोटानकोट धन्यवाद। अत सत्कारयोग माता मलकीत कौर जी मांगण, जसमेल सिंह मांगण, भैन जी हरदीप कौर जी मांगण, समूह गोल्डन फ्लावर परिवार का मैं बहुत तहे दिलों शुक्रगुजार हाँ। बहुत ही सत्कारयोग बलविंदर सिंह जी 677 गुरुद्वारा सिंह सभा पलिया, जिन्हों ने संगतां दे दर्शन दीदारे करने वास्ते मैनूं कल फोन किया सी। और अज मैं खुश हो रहा गुरु साहब की बाणी पढ़ के सुन के तुहाडे सब का साथ जिहड़ा मिलिया है, वो मैं एक यादगार लम्हे के रूप में अपने नाल
लेके जा रहे हैं। सब का भला करे, नदी नाम संजोगी मेले, नानक हर प्रभापे मेले, बेअंत भुलना चुकां दी खिमा करनी। परवानो जी फतेह। वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਰਵਣ ਕਰ ਰਹੇ ਸੀ ਕਥਾ ਵਿਚਾਰ ਗਿਆਨੀ ਜਸਵਿੰਦਰ ਸਿੰਘ ਜੀ ਤੋਂ ਅੱਜ ਦਾ ਹੁਕਮਨਾਮਾ। ਆਪ ਜੀ ਇਸੇ ਤਰ੍ਹਾਂ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਫੇਸਬੁੱਕ ਪੇਜ ਤੇ YouTube ਤੇ ਜੁੜੇ ਰਹੋ। ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਬੈਲ ਆਈਕਨ ਜ਼ਰੂਰ ਦਬੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।